ਪੰਜਾਬ ਵਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮੇਗਾ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਸਵਾਗਤ ਕਰਦੀ ਹਾਂ। ਇੱਕ ਔਰਤ ਦੀ ਜ਼ਿੰਦਗੀ ਦੇ ਵਿੱਚ ਬੜੇ ਮੋੜ ਆਉਂਦੇ ਨੇ ਜਿਸ ਦਾ ਉਸਦੇ ਸਰੀਰ ਤੇ ਮਨ ਤੇ ਬੜਾ ਅਸਰ ਪੈਂਦਾ ਹੈ। ਪਹਿਲਾ ਮੋੜ ਉਦੋਂ ਆਉਂਦਾ ਹੈ ਜਦੋਂ ਉਸਨੂੰ ਇਹ ਪਤਾ ਲੱਗਦਾ ਹੈ ਕਿ ਮੈਂ ਮਾਂ ਬਣਨ ਵਾਲੀ ਹਾਂ। ਇਸ 9 ਮਹੀਨਿਆਂ ਦੌਰਾਨ ਉਹ ਬੜੀਆਂ ਮੁਸ਼ਕਿਲਾਂ ਬੜੀਆਂ ਤਕਲੀਫਾਂ ਤੋਂ ਗੁਜ਼ਰਦੀ ਹੈ ਤੇ ਇੱਕ ਮੋੜ ਉਦੋਂ ਆਉਂਦਾ ਹੈ ਜਦੋਂ ਉਹਦੀ ਡਿਲੀਵਰੀ ਹੁੰਦੀ ਹੈ, ਉਹ ਮਾਂ ਬਣ ਜਾਂਦੀ ਹੈ। ਉਸ ਵੇਲੇ ਵੀ ਉਹਨੂੰ ਬੜੀਆਂ ਤਕਲੀਫਾਂ ਚੋਂ ਨਿਕਲਣਾ ਪੈਂਦਾ ਹੈ ਤੇ ਇਸ ਤੋਂ ਬਾਅਦ ਵੀ ਜਦੋਂ ਬੱਚੇ ਦੇ ਪਾਲਣ ਪੋਸ਼ਣ ਦੇ ਵਿੱਚ ਉਹ ਇੰਨਾ ਜ਼ਿਆਦਾ ਆਪਣੇ ਆਪ ਨੂੰ ਮਸ਼ਰੂਫ ਕਰ ਲੈਂਦੀ ਹੈ ਕਿ ਆਪਣੀ ਸਿਹਤ ਬਾਰੇ ਉਹ ਭੁੱਲ ਜਾਂਦੀ ਹੈ। ਤੇ ਅੱਜ ਦੇ ਇਸ ਆਰੋਗ ਜੀਵਨ ਦੇ ਅੰਕ ਦੇ ਵਿੱਚ ਅਸੀਂ ਔਰਤਾਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੀ ਗੱਲ ਕਰਾਂਗੇ। ਡਾਕਟਰ ਸੁਕ੍ਰਿਤੀ ਸ਼ਰਮਾ ਅੱਜ ਪੰਜਾਬ ਵਨ ਟੀਵੀ ਦੇ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ। ਡਾਕਟਰ ਸੁਕ੍ਰਿਤੀ ਸ਼ਰਮਾ ਗਾਇਨਾਕੋਲੋਜਿਸਟ ਤੇ ਫਰਟੀਲਿਟੀ ਸਪੈਸ਼ਲਿਸਟ ਨੇ। ਬਹੁਤ ਇਹਨਾਂ ਦਾ ਪੰਜਾਬ ਵਨ ਟੀਵੀ ਦੇ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ। ਥੈਂਕ ਯੂ। ਤੇ ਆਪਣੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਕਿ ਡਾਕਟਰ ਸੁਕ੍ਰਿਤੀ, ਡਿਲੀਵਰੀ ਤੋਂ ਬਾਅਦ ਹੈ ਨਾ, ਇੱਕ ਔਰਤ ਨੂੰ ਬੜੀ ਹੀ ਪਿਆਰ ਦੀ ਬੜੀ ਹੀ ਕੇਅਰ ਦੀ ਲੋੜ ਹੁੰਦੀ ਹੈ ਤੇ ਇਸ ਵੇਲੇ ਕਿੱਦਾਂ ਧਿਆਨ ਰੱਖਿਆ ਜਾਵੇ? ਇਸ ਵੇਲੇ ਬਹੁਤ ਜ਼ਿਆਦਾ ਰੋਲ ਆ ਜਾਂਦਾ ਹੈ ਫੈਮਿਲੀ ਦਾ, ਹਸਬੈਂਡ ਦਾ, ਕਿਉਂਕਿ ਜਦੋਂ ਡਿਲੀਵਰੀ ਹੁੰਦੀ ਹੈ ਤੇ ਜਿਹੜੀਆਂ ਮਦਰਸ ਹੈ ਉਹ ਬਹੁਤ ਜ਼ਿਆਦਾ ਸਟ੍ਰੈਸ ਹੋ ਜਾਂਦੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਮੇ ਬੀ ਹੁਣ ਪਤਾ ਨਹੀਂ ਅਸੀਂ ਪਹਿਲੇ ਵਰਗੇ ਕਦੀ ਬਣਾਂਗੇ ਜਾਂ ਨਹੀਂ ਬਣਾਂਗੇ, ਫਿਰ ਬੇਬੀ ਵੀ ਹੈ, ਫਿਰ ਰੈਸਟ ਵੀ ਨਹੀਂ ਮਿਲਦਾ ਜ਼ਿਆਦਾ, ਕਿਉਂਕਿ ਸਾਰਾ ਕੁਝ ਮਦਰ ਨੇ ਹੀ ਦੇਖਣਾ ਹੈ ਬੱਚੇ ਦਾ ਵੀ। ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਜਿੰਨੀ ਰਿਸਪੌਂਸਿਬਿਲਿਟੀ ਮਦਰ ਨੂੰ ਦਿੱਤੀ ਜਾਂਦੀ ਹੈ ਆਫਟਰ ਬੇਬੀ ਇਜ਼ ਬੋਰਨ, ਆਫਟਰ ਡਿਲੀਵਰੀ, ਉਨੀ ਹੀ ਇਕੁਅਲ ਰਿਸਪੌਂਸਿਬਿਲਿਟੀ ਹਸਬੈਂਡ ਦੀ ਵੀ ਹੋਣੀ ਚਾਹੀਦੀ ਹੈ। ਇਕੱਲੀ ਇਹ ਨਹੀਂ ਹੈ ਕਿ ਤੁਸੀਂ ਮਦਰ ਨੂੰ ਹੀ ਸਾਰਾ ਕੁਝ, ਫੈਮਲੀਜ਼ ਨੂੰ ਦੇਖਣਾ ਚਾਹੀਦਾ ਹੈ ਕਿ ਚਲੋ ਤੁਸੀਂ ਜੇ ਮਦਰ ਦੇਖ ਰਹੀ ਹੈ ਦਿਨ 'ਚ ਤੇ ਮੇਬੀ ਰਾਤ ਨੂੰ ਹਸਬੈਂਡ ਸਪੋਰਟ ਕਰ ਦੇਣ ਜਾਂ ਮਦਰ ਇਨ ਲਾ ਸਪੋਰਟ ਕਰ ਦੇਣ, ਕੋਈ ਨਾ ਕੋਈ ਐਟਲੀਸਟ ਮਦਰਸ ਨੂੰ ਰੈਸਟ ਜ਼ਰੂਰ ਦੇ। ਇਹ ਬਹੁਤ ਜ਼ਰੂਰੀ ਹੈ। ਇਹਦੇ ਨਾਲ ਉਹਨਾਂ ਦੀ ਬੋਡੀ, ਉਹਨਾਂ ਦਾ ਮਾਈਂਡ, ਸਾਰੀ ਚੀਜ਼ਾਂ ਪ੍ਰੋਪਰ ਪਰਫੈਕਟ ਸ਼ੇਪ 'ਚ ਆ ਜਾਣਗੀਆਂ। ਪਰ ਅਫਕੋਰਸ ਭਾਵੇਂ ਨੋਰਮਲ ਡਿਲੀਵਰੀ ਹੋਏ ਭਾਵੇਂ ਸਿਜ਼ੇਰੀਅਨ ਹੋਏ, ਉਹਨੂੰ ਬੋਡੀ ਨੂੰ ਰਿਕਵਰ ਕਰਨ ਲਈ 3 ਮਹੀਨੇ ਤੇ ਘੱਟ ਤੋਂ ਘੱਟ ਕੰਪਲੀਟਲੀ ਰਿਕਵਰ ਕਰਨ ਲਈ ਲੱਗਦੇ ਨੇ। ਪਰ ਫਿਰ ਵੀ ਫੈਮਿਲੀ ਦਾ ਤੇ ਹਸਬੈਂਡ ਦਾ ਬਹੁਤ ਰੋਲ ਆਉਂਦਾ ਹੈ। ਤੇ ਨਾਲ ਇਹ ਜ਼ਰੂਰੀ ਹੈ ਕਿ ਮਦਰਸ ਜਿਹੜੀਆਂ ਨੇ ਉਹ ਬੱਚੇ ਦੇ ਨਾਲ ਆਪਣਾ ਵੀ ਧਿਆਨ ਰੱਖਣ। ਡਾਇਟ ਬਹੁਤ ਜ਼ਿਆਦਾ ਅੱਛੀ ਹੋਣੀ ਚਾਹੀਦੀ ਹੈ। ਉਹਦੇ 'ਚ ਵੀ ਇਹੀ ਹੈ ਕਿ ਤੁਸੀਂ ਹਾਈ ਪ੍ਰੋਟੀਨ ਡਾਇਟ ਜ਼ਿਆਦਾ ਲਓ ਤੇ ਜਿਹਦੇ ਨਾਲ ਤੁਹਾਨੂੰ ਐਨਰਜੀ ਜ਼ਿਆਦਾ ਮਿਲੇ। ਜੀ, ਤੇ ਡਾਈਟ ਦੀ ਗੱਲ ਹੋ ਰਹੀ ਹੈ ਤੇ ਡਾਕਟਰ ਸੁਕ੍ਰਿਤੀ, ਜੇ ਮੈਂ ਗੱਲ ਇਹ ਕਰਾਂ ਕਿ ਤੁਹਾਨੂੰ ਵੀ ਪਤਾ ਹੈ ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਡਿਲੀਵਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੁੰਦਾ ਹੈ ਕਿ ਘਿਓ ਵਾਲੀ ਪੰਜੀਰੀ ਜਿਹੜੀ ਹੈ ਉਹ ਖਵਾਈ ਜਾਵੇ ਜਾਂ ਘਿਓ ਜ਼ਿਆਦਾ ਦਿੱਤਾ ਜਾਵੇ। ਦਾਲ ਤੇ ਸਬਜ਼ੀਆਂ ਦੇ ਵਿੱਚ ਵੀ ਘਿਓ ਜਿਹੜਾ ਪਾ ਕੇ ਦਿੱਤਾ ਜਾਂਦਾ ਹੈ ਤਾਂ ਕਿ ਮੰਨਿਆ ਜਾਂਦਾ ਹੈ ਕਿ ਇਹਦੇ ਨਾਲ ਰਿਕਵਰੀ ਜਲਦੀ ਹੋ ਜਾਏਗੀ, ਤੰਦਰੁਸਤੀ ਜਲਦੀ ਆ ਜਾਏਗੀ ਤੇ ਕਮਜ਼ੋਰੀ ਚਲੀ ਜਾਏਗੀ। ਜੀ, ਇਹਦੇ ਨਾਲ ਇਹ ਹੈ ਕਿ ਘਿਓ ਦਾ ਕੋਈ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੈ। ਉਹ ਤੇ ਸਪੈਸੀਫਿਕਲੀ ਉਹਨਾਂ ਪੇਸ਼ੈਂਟਸ ਨੂੰ ਅਸੀਂ ਮਨਾ ਕਰ ਹੀ ਦਿੰਦੇ ਹਾਂ ਜਿਨ੍ਹਾਂ ਨੂੰ ਘਿਓ ਨਹੀਂ ਸੂਟ ਕਰੇਗਾ। ਜਿਸ ਤਰ੍ਹਾਂ ਕਿ ਜੇ ਪ੍ਰੈਗਨੈਂਸੀ 'ਚ ਤੁਹਾਡੀ ਸ਼ੂਗਰ ਜ਼ਿਆਦਾ ਸੀਗੀ ਤੇ ਤੁਹਾਨੂੰ ਆਪਣੀ ਥੋੜ੍ਹੀ ਸ਼ੂਗਰ ਘੱਟ ਵਾਲੀ ਡਾਇਟ ਲੈਣੀ ਪਏਗੀ ਆਫਟਰ ਡਿਲੀਵਰੀ। ਜੇ ਪ੍ਰੈਗਨੈਂਸੀ 'ਚ ਤੁਹਾਡਾ BP ਜ਼ਿਆਦਾ ਸੀ ਤੇ ਤੁਹਾਨੂੰ ਘਿਓ ਘੱਟ ਵਾਲੀ ਡਾਇਟ ਲੈਣੀ ਪਏਗੀ ਡਿਲੀਵਰੀ ਤੋਂ ਬਾਅਦ। ਪਰ ਇਹ ਇਸ ਤਰ੍ਹਾਂ ਨਹੀਂ ਹੈ, ਤੁਸੀਂ ਘਿਓ ਪਾ ਕੇ ਵੀ ਖਾ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਤੇ ਜਿਹੜੀ ਪੰਜੀਰੀ ਹੁੰਦੀ ਉਹਦੇ 'ਚ ਨਟਸ ਬਹੁਤ ਜ਼ਿਆਦਾ ਹੁੰਦੀਆਂ ਨੇ। ਇਹਦੇ ਕਰਕੇ ਜੇ ਬਾਕੀ ਕੰਟਰੀ 'ਚ ਹੈ ਕਿ ਉਸ ਤਰ੍ਹਾਂ ਹੀ ਨਟਸ ਖਾਂਦੇ ਰਹਿੰਦੇ, ਇੱਥੇ ਉਹ ਪੰਜੀਰੀ ਬਣਾ ਕੇ ਖਾਂਦੇ ਨੇ ਤੇ ਠੀਕ ਹੈ, ਇਹਦਾ ਕੋਈ ਨੁਕਸਾਨ ਨਹੀਂ ਹੈ। ਜੀ, ਤੇ ਵਧੇ ਹੋਏ ਪੇਟ ਨੂੰ ਲੈ ਕੇ ਵੀ ਕਈ ਵਾਰੀ ਸਟ੍ਰੈਸ ਬੜਾ ਹੋ ਜਾਂਦਾ ਹੈ ਕਿ ਇਹ ਵਜ਼ਨ ਜਿਹੜਾ ਹੈ, ਮੇਰਾ ਪੇਟ ਜਿਹੜਾ ਵਧਿਆ ਹੋਇਆ ਹੈ, ਕਦੀ ਘਟੇਗਾ ਜਾਂ ਨਹੀਂ ਘਟੇਗਾ ਜਾਂ ਹੁਣ ਮੈਂ ਇੱਦਾਂ ਹੀ ਰਹਿ ਜਾਣਾ ਹੈ। ਇਹ ਚੀਜ਼ਾਂ ਕਈ ਵਾਰੀ ਪ੍ਰੈਗਨੈਂਸੀ ਦੇ ਵਿੱਚ ਬਾਅਦ ਡਿਲੀਵਰੀ ਤੇ ਬਹੁਤ ਸਟ੍ਰੈਸ ਦਿੰਦੀਆਂ ਨੇ। ਜੀ, ਐਕਚੁਅਲੀ ਇਹ ਹੈ ਕਿ ਜਦੋਂ ਤੁਹਾਡੀ ਡਿਲੀਵਰੀ ਹੋ ਜਾਏਗੀ ਨਾ, ਉਸ ਤੋਂ ਬਾਅਦ ਇਮੀਡੀਏਟਲੀ ਡਿਲੀਵਰੀ ਤੋਂ ਬਾਅਦ ਪਹਿਲੇ ਹਫਤੇ 'ਚ ਹੀ ਤੁਹਾਡਾ 7 to 10 kgs ਘੱਟ ਹੀ ਜਾਂਦਾ ਹੈ, ਕਿਉਂਕਿ ਜਿੰਨਾ ਬੇਬੀ ਹੈ, ਬੇਬੀ ਦੇ ਪ੍ਰੋਡਕਟਸ ਹੈ, ਬਲੱਡ ਹੈ, ਐਕਸਟਰਾ ਪਾਣੀ ਹੈ, ਉਹ ਸਾਰਾ ਵਿਦ ਬਲੀਡਿੰਗ ਬੱਚੇ ਦੇ ਬਾਹਰ ਆਉਣ ਨਾਲ ਸਾਰਾ ਕੁਝ ਨਿਕਲ ਜਾਂਦਾ ਹੈ। ਜੀ, ਇੰਨਾ ਤੇ ਤੁਹਾਡਾ ਆਪਣੇ ਆਪ ਹੀ ਘੱਟ ਜਾਏਗਾ ਤੇ ਤੁਹਾਡਾ ਕਿੰਨਾ ਥੋੜਾ 7-8 ਕਿਲੋ ਹੀ ਰਹਿ ਜਾਏਗਾ। ਉਹ ਤੁਹਾਨੂੰ ਵਿਦ ਯੋਗਾ, ਵਿਦ ਐਕਸਰਸਾਈਜ਼ਸ ਜਾਂ ਈਵਨ ਬ੍ਰੈਸਟ ਫੀਡਿੰਗ ਜਿਹੜੀ ਹੈ ਉਹ ਕੈਲਰੀਜ਼ ਬਰਨ ਕਰਦੀ ਹੈ, ਉਹਦੇ ਨਾਲ ਵੀ weight ਘੱਟ ਜਾਂਦਾ ਹੈ। ਜੀ, ਯੋਗਾ ਦੀ ਤੁਸੀਂ ਗੱਲ ਕੀਤੀ ਤੇ ਕਿੰਨੀ ਦੇਰ ਬਾਅਦ ਡਿਲੀਵਰੀ ਤੋਂ ਅਸੀਂ ਯੋਗਾ ਜਾਂ ਐਕਸਰਸਾਈਜ਼ ਸ਼ੁਰੂ ਕਰ ਸਕਦੇ ਹਾਂ? ਜੇ ਤੁਹਾਡੀ ਨਾਰਮਲ ਡਿਲੀਵਰੀ ਹੋਈ ਹੈ ਤੁਸੀਂ ਮਹੀਨੇ ਬਾਅਦ ਹੀ ਕਰ ਸਕਦੇ ਹੋ ਜਾਂ ਮਤਲਬ 3 ਵੀਕਸ ਬਾਅਦ ਕਰ ਸਕਦੇ ਹੋ ਯੋਗਾ। ਤੇ ਜੇ ਤੁਸੀਂ ਬਾਕੀ ਐਕਸਰਸਾਈਜ਼ਸ ਕਰਨੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਮਤਲਬ 1.5-2 ਮਹੀਨੇ ਦੇ ਬਾਅਦ।
ਜੇ ਸਜ਼ੇਰੀਅਨ ਹੋਇਆ ਹੈ ਤੇ ਘੱਟੋ ਘੱਟ 3 ਮਹੀਨੇ ਬਾਅਦ ਜੀ। ਤੇ ਡਿਲੀਵਰੀ ਤੋਂ ਬਾਅਦ ਜੇ ਠੰਡ ਦਾ ਮੌਸਮ ਹੋਏ ਤਾਂ ਇਦਾਂ ਵੀ ਕਈ ਵਾਰੀ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਕਿ ਸਿਰ ਢੱਕ ਕੇ ਰੱਖਣਾ ਚਾਹੀਦਾ ਹੈ, ਜਾਂ ਹੈ ਨਾ ਆਪਣੇ ਆਪ ਤੋਂ ਹਵਾ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ। ਤੇ ਇਹ ਵੀ ਕਿਹਾ ਜਾਂਦਾ ਹੈ ਜੇ ਹੁਣ ਨਹੀਂ ਪਤਾ ਲੱਗੇਗਾ ਤੇ ਬਾਅਦ ਚੋਂ ਪਤਾ ਲੱਗੂਗਾ। ਕਿ ਇਹ ਮਿੱਥ ਹੈ ਕਿ ਇਹਦੇ ਵਿੱਚ ਸੱਚਾਈ ਹੈ? ਇਹ ਮੋਸਟਲੀ ਤੇ ਮਿੱਥ ਹੀ ਹੈ, ਪਰ ਇਹ ਹੈ ਕਿ ਜੇ ਠੰਡ ਹੈ ਤੇ ਫਿਰ ਤੇ ਆਪਣੇ ਆਪ ਨੂੰ ਹਰ ਤਰੀਕੇ ਨਾਲ ਕਵਰ ਕਰਕੇ ਰੱਖਣਾ ਚਾਹੀਦਾ ਹੈ। ਦੂਸਰੀ ਗੱਲ ਇਹ ਹੈ ਕਿ ਇੰਡੀਆ 'ਚ ਹੀ ਇਹ ਗੱਲਾਂ ਜ਼ਿਆਦਾ ਹੈ, ਫੋਰਨ ਕੰਟਰੀਜ਼ 'ਚ ਨਹੀਂ ਹੈ। ਮੇਨਲੀ ਇਹ ਇਨਫੈਕਸ਼ਨ ਨੂੰ ਰੋਕਦੀਆਂ ਨੇ ਚੀਜ਼ਾਂ, ਕਿ ਜੇ ਤੁਸੀਂ ਆਪਣੇ ਆਪ ਨੂੰ ਥੋੜਾ ਬਹੁਤ ਕਵਰ ਕਰਕੇ ਰੱਖਦੇ ਹੋ ਤੇ ਤੁਹਾਨੂੰ ਬਾਹਰ ਦੀ ਹਵਾ ਘੱਟ ਲੱਗੇਗੀ, ਪੋਲਿਊਸ਼ਨ ਵਾਲੀ ਹਵਾ ਘੱਟ ਲੱਗੇਗੀ ਤੇ ਥੋੜੀ ਇਨਫੈਕਸ਼ਨ ਘੱਟ ਹੋਏਗੀ। ਪਰ ਜੇ ਤੁਹਾਡਾ ਘਰ ਨੀਟ ਐਂਡ ਕਲੀਨ ਹੈ, ਕੋਈ ਇਸ ਤਰ੍ਹਾਂ ਦੀ ਡਰਟ ਜਾਂ ਪੋਲਿਊਸ਼ਨ ਵਾਲੀ ਜਗ੍ਹਾ 'ਚ ਤੁਸੀਂ ਨਹੀਂ ਰਹਿੰਦੇ, ਸਾਫ਼ ਕਲੀਨ ਇਨਵਾਇਰਨਮੈਂਟ 'ਚ ਰਹਿੰਦੇ ਹੋ, ਫਿਰ ਜੇ ਨਹੀਂ ਵੀ ਸਿਰ ਕਵਰ ਕਰੋਗੇ ਤਾਂ ਵੀ ਠੀਕ ਹੈ। ਤੇ ਇੱਕ ਹੋਰ ਜਿਹੜੀ ਆਮ ਸਮੱਸਿਆ ਹੋਇਆ ਕਿ ਆਫਟਰ ਡਿਲੀਵਰੀ ਡਿਪਰੈਸ਼ਨ ਹੋ ਜਾਂਦਾ ਲੇਡੀਜ਼ ਨੂੰ, ਹੈ ਨਾ। ਇਹ ਕਿਉਂ ਹੋ ਜਾਂਦਾ ਹੈ? ਇਹਦਾ ਕੀ ਕਾਰਨ ਹੈ ਤੇ ਕਿੱਦਾਂ ਇਹਦੇ ਚੋਂ ਇੱਕ ਔਰਤ ਜਿਹੜੀ ਹੈ ਉਹ ਨਿਕਲ ਸਕਦੀ ਹੈ? ਡਿਪਰੈਸ਼ਨ ਹੋ ਜਾਂਦਾ ਬਹੁਤ ਲੇਡੀਜ਼ ਨੂੰ ਸਟ੍ਰੈਸ ਕਰਕੇ ਜੀ। ਤੇ ਕਈ ਜਿਹੜੇ ਆਪਣੇ ਬਹੁਤ ਜ਼ਿਆਦਾ ਫਿਗਰ ਕੌਨਸ਼ੀਅਸ ਹੈ ਉਹਨਾਂ ਨੂੰ ਹੋ ਜਾਂਦਾ ਹੈ, ਕਿਉਂਕਿ ਉਹਨਾਂ ਨੂੰ ਇਮੀਡੀਏਟਲੀ ਰਿਅਲਾਈਜ਼ ਹੋ ਜਾਂਦਾ ਹੈ ਕਿ ਪਤਾ ਨਹੀਂ ਅਸੀਂ ਪਹਿਲੇ ਵਰਗੇ ਬਣਾਂਗੇ ਜਾਂ ਨਹੀਂ। ਫਿਰ ਉਹਨਾਂ ਨੂੰ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਮਿਲਦਾ, ਬੇਬੀ ਦੇ ਨਾਲ ਦਿਨ ਰਾਤ ਜਾਗਣਾ ਪੈਂਦਾ ਹੈ, ਉਹਦੇ ਕਰਕੇ ਡਿਪਰੈਸ਼ਨ ਹੋ ਜਾਂਦਾ ਹੈ। ਤੇ ਜੇ ਫੈਮਿਲੀ ਸਪੋਰਟਿਵ ਹੋਏਗੀ, ਹਸਬੈਂਡ ਅੱਛਾ ਰੋਲ ਪਲੇ ਕਰਨਗੇ, ਮਦਰ ਦੀ ਹੈਲਪ ਕਰਨਗੇ, ਤੇ ਫਿਰ ਜੇ ਮਦਰ ਨੂੰ ਰੈਸਟ ਵੀ ਮਿਲ ਰਿਹਾ ਵਿੱਚ ਤੇ ਫਿਰ ਡਿਪਰੈਸ਼ਨ ਹੋਣ ਦੇ ਕੋਈ ਰੀਜ਼ਨਸ ਨਹੀਂ ਹੈ। ਰਾਦਰ ਪ੍ਰੈਗਨੈਂਸੀ ਨੂੰ ਆਪਾਂ ਨੂੰ ਬੱਚੇ ਦੇ ਆਉਣ ਤੋਂ ਬਾਅਦ ਮਦਰਲੀ ਖੁਸ਼ਹਾਲੀ ਦਾ ਮਾਹੌਲ ਬਣਾਉਣਾ ਚਾਹੀਦਾ ਹੈ ਘਰ 'ਚ। ਤੇ ਡਿਪਰੈਸਿਵ ਜੇ ਇਨਵਾਇਰਨਮੈਂਟ ਡਿਪਰੈਸਿਵ ਹੋਏਗਾ ਤੇ ਮਦਰ ਆਪਣੇ ਆਪ ਹੀ ਡਿਪਰੈਸਿਵ ਹੋ ਜਾਏਗੀ। ਮਤਲਬ ਆਪ ਵੀ ਖੁਸ਼ ਰਹੀਏ ਤੇ ਜਿਹੜੀ ਔਰਤ ਹੈ ਡਿਲੀਵਰੀ ਤੋਂ ਬਾਅਦ ਉਹਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰੀਏ। ਸਾਰਾ ਪ੍ਰੋਸੈਸ ਹੀ ਇਦਾਂ ਦਾ ਹੈ ਕਿ ਇਹ ਵੀ ਕਿਹਾ ਗਿਆ ਕਿ ਪ੍ਰੈਗਨੈਂਸੀ ਦੇ ਵਿੱਚ ਜਿਹੜੇ 9 ਮਹੀਨੇ ਆ ਉਹਦੇ ਵਿੱਚ ਵੀ ਜੇ ਮਾਂ ਖੁਸ਼ ਰਹੇਗੀ ਤਾਂ ਹੀ ਜਿਹੜਾ ਬੱਚਾ ਹੈ ਉਹ ਤੰਦਰੁਸਤ ਹੋਏਗਾ। ਜੇ ਮਾਂ ਸਟ੍ਰੈਸ ਲਏਗੀ, ਚਿੰਤਾ ਦੇ ਵਿੱਚ ਰਹੇਗੀ ਤੇ ਉਹਦਾ ਅਸਰ ਬੱਚੇ ਤੇ ਜ਼ਰੂਰ ਪੈਂਦਾ ਹੈ। ਇਸ ਲਈ ਕਿਹਾ ਗਿਆ ਕਿ ਮਾਂ ਨੂੰ ਜਿਹੜਾ ਹੈ ਉਹ ਖੁਸ਼ ਰਹਿਣਾ ਚਾਹੀਦਾ ਹੈ ਤੇ ਮਾਂ ਖੁਸ਼ ਰਹੇ ਤੇ ਮਾਂ ਨੂੰ ਸਟ੍ਰੈਸ ਨਾ ਹੋਏ। ਪਰ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਹੋ ਜਾਂਦੀਆਂ ਜਿਹੜੀ ਸਟ੍ਰੈਸ ਦੇ ਦਿੰਦੀਆਂ ਨੇ। ਕਈ ਵਾਰੀ ਔਰਤ ਜਿਹੜੀ ਹੈ ਜਿਹਦੀ ਉਮਰ ਜ਼ਿਆਦਾ ਹੈ ਨਾ, 34 ਸਾਲ 35 36 37 ਸਾਲ, ਤੇ ਇਹ ਸੋਚ ਮਨ ਦੇ ਵਿੱਚ ਆ ਜਾਂਦੀ ਹੈ ਕਿ ਜੇ ਮੈਂ ਇਸ ਉਮਰ ਦੇ ਵਿੱਚ ਮੈਨੂੰ ਪ੍ਰੈਗਨੈਂਸੀ ਹੁੰਦੀ ਹੈ ਤੇ ਇਹ ਰਿਸਕੀ ਹੈ। ਲੋਕ ਵੀ ਕਈ ਵਾਰੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਵੱਡੀ ਉਮਰ ਦੇ ਵਿੱਚ ਪ੍ਰੈਗਨੈਂਸੀ ਦੇ ਵਿੱਚ ਬੜਾ ਰਿਸਕ ਹੈ, ਬੜਾ ਖਤਰਾ ਹੈ। ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ? ਇਹ ਸੱਚ ਹੈ, ਕਿਉਂਕਿ ਕੀ ਹੁੰਦਾ ਹੈ 35 ਇਅਰਸ ਤੋਂ ਬਾਅਦ 35 ਸਾਲ ਤੋਂ ਬਾਅਦ ਜਿਹੜੇ ਸਾਡੇ ਸੈਲਸ ਹੈ ਬੋਡੀ ਦੇ ਉਹ ਚੇਂਜ ਹੋ ਜਾਂਦੇ ਨੇ। ਲੇਡੀਜ਼ ਦੀ ਬੋਡੀ ਦੇ ਸੈਲਸ ਚੇਂਜ ਹੋ ਜਾਂਦੇ ਨੇ। ਉਹਦੇ ਨਾਲ ਕੀ ਹੈ ਕਿ ਬੱਚੇ ਦੇ ਡਿਫੈਕਟਡ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਤੇ ਇਸ ਕਰਕੇ ਅਸੀਂ ਮੋਸਟਲੀ ਕਹਿੰਦੇ ਹਾਂ ਕਿ 35 ਤੱਕ ਆਪਣੇ, ਜੇ ਤੁਸੀਂ 2 ਬੱਚੇ ਪੈਦਾ ਕਰਨੇ, ਇੱਕ ਕਰਨਾ, ਆਪਣੀ ਫੈਮਿਲੀ ਕੰਪਲੀਟ ਕਰ ਲਓ, ਉਹ ਜ਼ਿਆਦਾ ਬੈਟਰ ਹੈ। ਉਹਦਾ ਸੈਕੰਡ ਰੀਜ਼ਨ ਇਹ ਵੀ ਹੈ ਕਿਉਂਕਿ ਜੇ ਤੁਹਾਡੀ ਯੰਗ ਏਜ ਹੈ, ਤੁਸੀਂ 20s 'ਚ ਕਨਸੀਵ ਕਰਦੇ ਹੋ ਜਾਂ ਤੁਸੀਂ ਅਰਲੀ 30s 'ਚ ਕਨਸੀਵ ਕਰਦੇ ਹੋ ਤੇ ਤੁਹਾਡੀ ਬੋਡੀ ਜ਼ਿਆਦਾ ਹੈਲਦੀ ਹੁੰਦੀ ਹੈ। ਆਫਟਰ 35 ਤੁਹਾਡੀ ਆਪਣੀ ਬੋਡੀ ਹੀ ਥੋੜਾ ਬਹੁਤ ਟੂਵਰਡਸ 올ਡ ਏਜ ਜਾਣਾ ਸ਼ੁਰੂ ਹੋ ਜਾਂਦੀ ਹੈ। ਫਿਰ ਜੇ ਤੁਸੀਂ ਪ੍ਰੈਗਨੈਂਟ ਹੁੰਦੇ ਹੋ, ਤੁਹਾਡੇ ਹਾਰਟ ਨੂੰ ਵੀ ਵੀਕਨੈਸ ਆਏਗੀ, ਤੁਹਾਡਾ BP ਵੱਧ ਸਕਦਾ ਹੈ, ਤੁਹਾਡੀ ਸ਼ੂਗਰ ਵੱਧ ਸਕਦੀ ਹੈ, ਤੁਹਾਡੇ ਬੋਡੀ ਦੇ ਬਾਕੀ ਆਰਗਨਸ ਤੇ ਅਸਰ ਪੈ ਸਕਦਾ ਹੈ ਡਿਊ ਟੂ ਏਜ। ਕਿਉਂਕਿ ਜਿਹੜਾ ਇਹ ਤੇ ਆਦਮੀਆਂ ਦੀ ਬੋਡੀ 'ਚ ਵੀ ਇਦਾਂ ਹੀ ਹੈ ਕਿ ਜੇ ਅਬਵ 35 ਜਾਂ ਅਬਵ 40, ਕੋਈ ਆਦਮੀਆਂ ਨੂੰ ਵੀ ਕਦੀ ਥਾਇਰਾਇਡ ਹੋ ਜਾਂਦਾ, ਕਦੀ BP ਹੋ ਜਾਂਦਾ, ਕਦੀ ਸ਼ੂਗਰ ਹੋ ਜਾਂਦੀ ਹੈ, ਤੇ ਫੀਮੇਲਸ ਨੂੰ ਕਿਉਂ ਨਹੀਂ ਹੋ ਸਕਦਾ? ਤੇ ਫੀਮੇਲਸ ਨੂੰ ਉਹਦੇ ਉੱਪਰ ਜੇ ਪ੍ਰੈਗਨੈਂਸੀ ਵੀ ਹੋ ਜਾਂਦੀ ਹੈ ਤੇ ਉਹ ਐਡੀਸ਼ਨਲ ਸਟ੍ਰੈਸਫੁਲ ਫੈਕਟਰ ਹੈ ਬੋਡੀ ਲਈ। ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ ਹੋ। ਇਸੇ ਤਰ੍ਹਾਂ ਇੱਕ ਹੋਰ ਮਿਥ ਹੈ ਨਾ, ਵਿਆਹ ਤੋਂ ਬਾਅਦ ਜੇ ਕੁਝ ਸਮੇਂ ਦੌਰਾਨ ਹੈ ਨਾ ਜਿਹੜਾ ਗਰਭ ਧਾਰਨ ਨਹੀਂ ਹੁੰਦਾ ਤੇ ਘਰਦਿਆਂ ਵੱਲੋਂ ਵੀ ਇਹ ਸਲਾਹ ਜਿਹੜੀ ਉਹ ਦਿੱਤੀ ਜਾਂਦੀ ਹੈ ਕਿ 1 ਸਾਲ ਉਡੀਕ ਲਓ, ਹੈ ਨਾ, 1 ਸਾਲ ਦੇਖ ਲਓ। ਜੇ 1 ਸਾਲ ਤੱਕ ਬੱਚਾ ਨਹੀਂ ਹੁੰਦਾ ਫਿਰ ਤੁਸੀਂ ਡਾਕਟਰ ਕੋਲ ਜਾਓ। ਤੁਸੀਂ ਇਹਦੇ ਲਈ ਕੀ ਸੁਜੈਸਟ ਕਰੋਗੇ? ਇਹਦੇ ਲਈ ਇਹੀ ਹੈ ਕਿ ਅਸੀਂ ਵੀ ਇਹੀ ਸੁਜੈਸਟ ਕਰਦੇ ਹਾਂ ਕਿ ਜੇ ਕੋਈ ਕਪਲ ਹੈ, ਹਸਬੈਂਡ ਵਾਈਫ, ਉਹ 1 ਸਾਲ ਮੈਰਿਜ ਤੋਂ 1 ਸਾਲ ਬਾਅਦ 1 ਸਾਲ ਤੱਕ ਉਹ ਟਰਾਈ ਕਰ ਰਹੇ ਨੇ ਪ੍ਰੈਗਨੈਂਸੀ ਲਈ, ਤੇ ਫਿਰ ਜੇ ਉਹਨਾਂ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ ਫਿਰ ਉਹ ਡਾਕਟਰ ਦੇ ਕੋਲ ਜਾਣ, ਆਪਣੇ ਟੈਸਟ ਜਾਂ ਟ੍ਰੀਟਮੈਂਟ ਕਰਵਾਉਣ। ਤੇ ਜੇ ਅਜੇ 1 ਸਾਲ ਕੰਪਲੀਟ ਨਹੀਂ ਹੋਇਆ ਟਰਾਇਲ ਪ੍ਰੋਸੈਸ ਨੂੰ, ਜਾਂ ਮੈਰਿਜ ਤੋਂ ਬਾਅਦ ਜਾਂ ਇਕੱਠੇ ਨਹੀਂ ਰਹਿ ਰਹੇ, ਜਾਂ ਹਸਬੈਂਡ ਅਲੱਗ ਵਾਈਫ ਅਲੱਗ ਰਹਿ ਰਹੇ ਨੇ, ਤੇ ਫਿਰ 1 ਸਾਲ ਦਾ ਮਤਲਬ ਉਹ ਨਹੀਂ ਹੈ, ਫਿਰ ਤੁਸੀਂ ਥੋੜਾ ਜਿਹਾ ਜ਼ਿਆਦਾ ਵੀ ਵੇਟ ਕਰ ਸਕਦੇ ਹੋ। ਤੇ ਇੱਕ ਇਹ ਵੀ ਹੈ ਕਿ ਜੇ ਤੁਹਾਨੂੰ ਜੇ ਤੁਸੀਂ 30 ਇਅਰਸ ਤੱਕ ਹੋ ਫਿਰ ਤੁਸੀਂ 1 ਸਾਲ ਵੇਟ ਕਰੋ, ਪਰ ਜੇ ਲੜਕੀ ਦੀ ਏਜ ਜਿਹੜੀ ਹੈ ਉਹ 30 ਤੋਂ ਅਬਵ ਹੈ ਫਿਰ ਤੁਸੀਂ 6 ਮੰਥਸ ਲਈ ਟਰਾਈ ਕਰੋ।
ਜੀ। ਤੇ ਜੇ 6 ਮੈਰਿਜ ਤੋਂ 6 ਮੰਥਸ ਤੱਕ ਤੁਹਾਨੂੰ ਬੱਚਾ ਨਹੀਂ ਠਹਿਰਦਾ ਫਿਰ ਤੁਸੀਂ ਡਾਕਟਰ ਦੇ ਕੋਲ ਚਲੇ ਜਾਓ। ਤੇ ਡਾਕਟਰ ਕੋਲ ਜ਼ਰੂਰ ਜਾਈਏ, ਕਿਉਂਕਿ ਜਿੰਨੀ ਦੇਰ ਅਸੀਂ ਇਲਾਜ ਲੈਂਦੇ ਆ ਨਾ, ਉਹ ਪ੍ਰੋਸੈਸ ਚੱਲਦਾ ਹੈ, ਉਹ ਸਮਾਂ ਵੀ ਵਿੱਚ ਨਿਕਲ ਜਾਂਦਾ ਹਾਂਜੀ, ਹਾਂਜੀ, ਹੈ ਨਾ। ਤੇ definitely। ਔਰਤਾਂ ਦੇ ਮਨ ਦੇ ਵਿੱਚ ਇਹ ਵੀ ਕਈ ਵਾਰੀ ਗੱਲ ਹੁੰਦੀ ਹੈ ਕਿ ਜੇ ਨਹੀਂ ਪ੍ਰੈਗਨੈਂਸੀ ਹੋ ਰਹੀ ਤੇ ਮੈਂ ਆਪਣੇ ਟੈਸਟ ਕਰਾਵਾਂ, ਹੈ ਨਾ, ਕਿ ਮੇਰੇ 'ਚ ਹੀ ਪ੍ਰੋਬਲਮ ਹੋ ਸਕਦੀ ਹੈ। ਘਰ ਦੇ ਵੀ ਕਈ ਵਾਰੀ ਕਹਿੰਦੇ ਨੇ ਕਿ ਇਹਦਾ ਇਲਾਜ ਜਿਹੜਾ ਹੈ ਉਹ ਕਰਾਉਣਾ ਚਾਹੀਦਾ ਹੈ, ਕਿ ਪ੍ਰੈਗਨੈਂਸੀ ਕਿਉਂ ਨਹੀਂ ਹੋ ਰਹੀ, ਇਹਨੂੰ ਬਹੁਤ ਸਾਰੀ ਅਟਕਲਾਂ ਸਮਾਜ ਦੇ ਵਿੱਚ ਲਗਾਈਆਂ ਜਾਂਦੀਆਂ ਨੇ। ਜੀ, ਤੁਹਾਡੇ ਕੋਲ ਵੀ ਇਦਾਂ ਦੇ ਪੇਸ਼ੈਂਟ ਜਿਹੜੇ ਆ ਉਹ ਆਉਂਦੇ ਹੋਣਗੇ, ਤੁਸੀਂ ਉਹਨਾਂ ਨੂੰ ਫਿਰ ਕੀ ਸਲਾਹ ਦਿੰਦੇ ਹੋ? ਡੈਫੀਨੇਟਲੀ ਇਹ ਹੈ ਕਿ ਹੁਣ ਪਹਿਲਾਂ ਹੁੰਦਾ ਸੀ ਕਿ ਆਪਾਂ ਸੋਚਦੇ ਸੀ ਕਿ ਸਿਰਫ ਕੁੜੀ ਦੇ ਵਿੱਚ ਹੀ ਜਾਂ ਲੇਡੀਜ਼ ਦੇ ਵਿੱਚ ਹੀ ਕੋਈ ਪ੍ਰੋਬਲਮ ਹੈਗੀ, ਪਰ ਅੱਜ ਕੱਲ੍ਹ ਇਹ ਹੈ ਕਿ ਹੁਣ ਕਿਉਂਕਿ ਅਵੇਅਰਨੈਸ ਵੀ ਜ਼ਿਆਦਾ ਹੈ, ਟੈਸਟਸ ਵੀ ਜ਼ਿਆਦਾ ਅਵੇਲੇਬਲ ਨੇ, ਹੁਣ ਪਤਾ ਲੱਗਦਾ ਹੈ ਕਿ 50% ਜਿਹੜੇ ਨੇ ਉਹ ਸੀਮਨ ਪੈਰਾਮੀਟਰਸ ਇਫੈਕਟ ਕਰਦੇ ਨੇ ਪ੍ਰੈਗਨੈਂਸੀ ਨੂੰ। ਤੇ ਜਦੋਂ ਵੀ ਕੋਈ ਕਪਲ ਸਾਡੇ ਕੋਲ ਟ੍ਰੀਟਮੈਂਟ ਲਈ ਆਉਂਦਾ ਹੈ ਉਹਨੂੰ ਅਸੀਂ ਜ਼ਰੂਰ ਸੁਜੈਸਟ ਕਰਦੇ ਹਾਂ ਕਿ ਵਾਈਫ ਵੀ ਆਪਣੇ ਟੈਸਟ ਕਰਾਏ ਤੇ ਹਸਬੈਂਡ ਵੀ ਆਪਣੇ ਟੈਸਟ ਕਰਾਏ, ਕਿਉਂਕਿ 50% ਉਹਨਾਂ ਦੀ ਬੋਡੀ ਨੇ ਕੰਮ ਕਰਨਾ, 50% ਉਹਨਾਂ ਦੇ ਬੀਜ ਨੇ ਕੰਮ ਕਰਨਾ ਜੀ। ਤੇ ਸੀਮਨ ਪੈਰਾਮੀਟਰਸ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ। ਕਦੀ ਤੁਹਾਡੇ ਜਿਹੜੇ ਸਪਰਮਸ ਨੇ ਉਹਨਾਂ ਦਾ ਕਾਊਂਟ ਘੱਟ ਹੈ, ਜਾਂ ਤੁਹਾਡੇ ਸਪਰਮਸ ਜਿਹੜੇ ਨੇ ਉਹ ਡੈਡ ਜ਼ਿਆਦਾ ਹੈ, ਲਿਵਿੰਗ ਘੱਟ ਹੈ, ਤੇ ਕਈ ਵਾਰੀ ਤੁਹਾਡੇ ਸਪਰਮਸ ਦੀ ਮੋਟਿਲਿਟੀ ਨਹੀਂ ਠੀਕ, ਕਿ ਉਹਨਾਂ ਦੀ ਮੂਵਮੈਂਟ ਪ੍ਰੋਪਰ ਨਹੀਂ ਹੋ ਰਹੀ, ਜਾਂ ਫਿਰ ਤੁਹਾਡੇ ਸੀਮਨ 'ਚ ਕਈ ਵਾਰੀ ਇਨਫੈਕਸ਼ਨ ਹੈ। ਤੇ ਸੀਮਨ ਦੇ ਵੀ ਬਹੁਤ ਸਾਰੇ ਕ੍ਰਾਈਟੇਰੀਆਜ਼ ਹੈ ਜਿਹੜੇ ਅਸੀਂ ਦੇਖਦੇ ਹਾਂ ਤੇ ਅਸੀਂ ਟਰੀਟ ਕਰਦੇ ਹਾਂ, ਤੇ ਜੇ ਵਾਈਫ 'ਚ ਕੋਈ ਨਾ ਵੀ ਪ੍ਰੋਬਲਮ ਹੋਏ ਤਾਂ ਉਹ ਪ੍ਰੈਗਨੈਂਸੀ ਹੋ ਜਾਂਦੀ ਹੈ। ਜੀ, ਮਤਲਬ ਇਹ ਸਾਰੀਆਂ ਗੱਲਾਂ ਦਾ ਵੀ ਪਤਾ ਹੋਣਾ ਜ਼ਰੂਰੀ ਹੈ, ਤਾਂ ਹੀ ਜੇ ਸਾਨੂੰ ਕੋਈ ਸਮੱਸਿਆ ਆ ਰਹੀ ਹੈ ਅਸੀਂ ਪੂਰੀ ਤਰ੍ਹਾਂ ਉਹਦਾ ਸਮਾਧਾਨ ਲੱਭ ਸਕਦੇ ਹਾਂ। ਇਸੇ ਤਰ੍ਹਾਂ ਡਾਕਟਰ ਸਾਹਿਬ, ਕਈ ਵਾਰੀ ਡਾਕਟਰ ਵੱਲੋਂ ਸੁਜੈਸਟ ਕੀਤਾ ਜਾਂਦਾ ਹੈ ਕਿ ਪੈਪ ਸਮੀਅਰ ਟੈਸਟ ਕਰਾਓ, ਹੈ ਨਾ। ਕਾਫੀ ਅਸੀਂ ਸੁਣਿਆ ਕਿ ਪੈਪ ਸਮੀਅਰ ਟੈਸਟ ਕੀ ਹੈ? ਪੈਪ ਸਮੀਅਰ ਇੱਕ ਟੈਸਟ ਹੈ ਜਿਹੜਾ ਕਿ ਉਹਨਾਂ ਲੇਡੀਜ਼ ਦਾ ਹੋਣਾ ਚਾਹੀਦਾ ਹੈ। ਇੱਕ ਤੇ ਉਹਨਾਂ ਦਾ ਤੇ ਹੋਣਾ ਹੀ ਚਾਹੀਦਾ ਜਿਨ੍ਹਾਂ ਨੂੰ ਗੰਦਾ ਪਾਣੀ ਵਗੈਰਾ ਆ ਰਿਹਾ, ਜਾਂ ਵਜਾਈਨਲ ਡਿਸਚਾਰਜ ਦੀ ਜ਼ਿਆਦਾ ਪ੍ਰੋਬਲਮ ਹੈ, ਜਾਂ ਫਿਰ ਗੰਦੀ ਸਮੈਲ ਵਾਲਾ ਪਾਣੀ ਆ ਰਿਹਾ, ਜਾਂ ਕੁਝ ਬਲੱਡ ਵਾਲਾ ਪਾਣੀ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਵਜਾਈਨਲ ਏਰੀਆ 'ਚ ਕੋਈ ਇਨਫੈਕਸ਼ਨ ਹੈ। ਉਹਨਾਂ ਦੇ ਅਸੀਂ ਸਰਵਿਕਸ, ਜਿਹਨੂੰ ਕਿ ਪੰਜਾਬੀ 'ਚ ਬੱਚੇਦਾਨੀ ਦਾ ਮੂੰਹ ਵੀ ਕਹਿੰਦੇ ਨੇ, ਉਹਦੇ ਡਿਸਚਾਰਜ ਦਾ ਟੈਸਟ ਕਰੀਦਾ। ਉਹਨਾਂ ਦੇ ਸੈਲਸ ਟੈਸਟ, ਉਹ ਡਿਸਚਾਰਜ ਦੇ ਸੈਲ ਆਪਾਂ ਟੈਸਟ ਕਰਦੇ ਹਾਂ, ਤੇ ਉਹਦੇ 'ਚ ਜਾਂ ਤੇ ਇਨਫੈਕਸ਼ਨ ਆਏਗੀ, ਜਾਂ ਫਿਰ ਕਈ ਵਾਰੀ ਉਹ ਜਿਹੜੇ ਇਨਫੈਕਸ਼ਨ ਵਾਲੇ ਸੈਲਸ ਹੈ ਉਹ ਫਿਊਚਰ 'ਚ ਜਾ ਕੇ ਕੈਂਸਰ ਵੀ ਬਣਾ ਦਿੰਦੇ ਨੇ ਜੀ। ਤੇ ਬੇਸਿਕਲੀ ਜਿਹੜਾ ਪੈਪ ਸਮੀਅਰ ਹੈ ਉਹ ਇਨਫੈਕਸ਼ਨ ਡਿਟੈਕਟ ਕਰਦਾ ਹੈ, ਵਜਾਈਨਲ ਡਿਸਚਾਰਜ ਜਾਂ ਫਿਰ ਸਰਵਾਈਕਲ ਕੈਂਸਰ, ਉਹਦੇ ਲਈ ਹੁੰਦਾ ਹੈ ਜੀ। ਤੇ ਪੈਪ ਸਮੀਅਰ ਟੈਸਟ ਜਿਹੜਾ ਹੈ ਆਮ ਤੌਰ ਤੇ ਕਿਹੜੀ ਏਜ ਦੇ ਵਿੱਚ ਇੱਕ ਔਰਤ ਨੂੰ ਜਿਹੜਾ ਕਰਾਉਣਾ ਚਾਹੀਦਾ ਹੈ, ਕਦੋਂ ਸੁਜੈਸਟ ਕੀਤਾ ਜਾਂਦਾ ਹੈ ਕਿ ਹੁਣ ਤੁਹਾਨੂੰ ਇਹ ਟੈਸਟ ਕਰਾਉਣਾ ਚਾਹੀਦਾ? ਇਹ 21 ਦੀ ਏਜ ਤੋਂ ਸਟਾਰਟ ਹੋ ਜਾਂਦਾ ਹੈ। ਅੱਛਾ, 21 ਦੀ ਏਜ ਤੋਂ, ਜਾਂ ਫਿਰ ਜਿਸ ਤਰ੍ਹਾਂ ਹੀ ਕੋਈ ਲੜਕੀ ਅਡਲਟ ਹੋ ਜਾਂਦੀ ਹੈ ਜਾਂ ਰਿਲੇਸ਼ਨਸ ਕਰਨੇ ਤੁਸੀਂ ਸਟਾਰਟ ਕਰਦੇ ਉਸ ਤੋਂ ਬਾਅਦ ਇਹ ਸੁਜੈਸਟ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਬੋਨ ਡੈਂਸਿਟੀ ਟੈਸਟ ਵੀ ਹੈ, ਇਹ ਟੈਸਟ ਕਦੋਂ ਸੁਜੈਸਟ ਕੀਤਾ ਜਾਂਦਾ ਹੈ ਇੱਕ ਔਰਤ ਨੂੰ ਕਿ ਉਹਨੂੰ ਕਰਾਉਣਾ ਚਾਹੀਦਾ? ਕਿਉਂਕਿ ਆਮ ਤੌਰ ਤੇ ਅਸੀਂ ਇਹੀ ਸੁਣਿਆ ਕਿ ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਕੈਲਸ਼ੀਅਮ ਦੀ ਬੋਡੀ ਦੇ ਵਿੱਚ ਕਮੀ ਹੋ ਜਾਂਦੀ ਹੈ, ਘਾਟ ਹੋ ਜਾਂਦੀ ਹੈ, ਤੇ ਇਹਦੇ ਲਈ ਐਕਸਟਰਾ ਕੈਲਸ਼ੀਅਮ ਵੀ ਸਾਨੂੰ ਖਾਣਾ ਚਾਹੀਦਾ ਹੈ। ਇਹ ਜਦੋਂ ਤੁਹਾਨੂੰ ਮੀਨੋਪੌਜ਼ ਹੋ ਗਿਆ ਜਾਂ ਹੋਣ ਵਾਲਾ ਹੈ, ਉਦੋਂ ਤੁਸੀਂ ਬੋਨ ਡੈਂਸਿਟੀ ਟੈਸਟ ਕਰਾ ਸਕਦੇ ਹੋ। ਉਹਦੇ 'ਚ ਪਤਾ ਲੱਗ ਜਾਏਗਾ ਕਿ ਤੁਹਾਡੀ ਬੋਨਸ 'ਚ ਕੋਈ ਕੈਲਸ਼ੀਅਮ ਦੀ ਕਮੀ ਤੇ ਨਹੀਂ ਆ ਰਹੀ, ਜਾਂ ਫਿਰ ਵਿਟਾਮਿਨ ਡੀ ਵਾਲੇ ਸਪਲੀਮੈਂਟਸ ਤੇ ਨਹੀਂ ਤੁਸੀਂ ਲੈਣੇ, ਕਿਉਂਕਿ ਵਿਟਾਮਿਨ ਡੀ ਜਿਹੜਾ ਉਹ ਕੈਲਸ਼ੀਅਮ ਦੀ ਅਬਜ਼ੌਰਪਸ਼ਨ ਵਧਾਉਂਦਾ ਹੈ ਬੋਡੀ 'ਚ, ਤੇ ਫਿਰ ਵਿਟਾਮਿਨ ਡੀ ਤੇ ਕੈਲਸ਼ੀਅਮ ਦੋਨੋਂ ਇਕੱਠੇ ਹੀ ਲੈਣੇ ਪੈਂਦੇ ਨੇ ਜੀ। ਤੇ ਇਹ ਵੱਖਰੇ ਟੈਸਟ ਨੇ, ਵਿਟਾਮਿਨ ਡੀ ਦਾ ਟੈਸਟ ਜਾਂ ਕੈਲਸ਼ੀਅਮ ਦਾ ਜੇ ਅਸੀਂ ਟੈਸਟ ਕਰਨਾ, ਇੱਕ ਵੱਖਰੇ ਟੈਸਟ? ਹਾਂਜੀ, ਬਲੱਡ ਟੈਸਟ ਹੈ ਦੋਨੋਂ ਹੀ, ਪਰ ਵਿਟਾਮਿਨ ਡੀ ਦੇ ਲੈਵਲਸ ਅਲੱਗ ਆਣਗੇ, ਕੈਲਸ਼ੀਅਮ ਦੇ ਲੈਵਲਸ ਅਲੱਗ ਆਣਗੇ ਜੀ। ਤੇ ਇਹ ਦੋਨੋਂ ਜਿਹੜੇ ਟੈਸਟ ਉਸ ਵੇਲੇ ਸੁਜੈਸਟ ਕੀਤੇ ਜਾਂਦੇ? ਪਰ ਜਿਹੜਾ ਬੋਨ ਡੈਂਸਿਟੀ ਟੈਸਟ ਹੈ ਉਹਦੇ 'ਚ ਬੋਨਸ ਦੀ ਪਿਕਚਰ ਆਉਂਦੀ ਹੈ। ਤੇ ਜੇ ਕੈਲਸ਼ੀਅਮ ਦੀ ਅਸੀਂ ਗੱਲ ਕਰ ਰਹੇ ਹਾਂ, ਤੇ ਜਿਸ ਤਰ੍ਹਾਂ ਅਸੀਂ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਜਿਸ ਤਰ੍ਹਾਂ ਇੱਕ ਔਰਤ ਦੀ ਉਮਰ ਵੱਡੀ ਹੁੰਦੀ ਹੈ, ਉਹਦੇ ਬੋਡੀ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ, ਤੇ ਉਹਨੂੰ 30-35 ਸਾਲ ਦੀ ਉਮਰ ਤੋਂ ਹੀ ਕੈਲਸ਼ੀਅਮ ਸਪਲੀਮੈਂਟਸ ਲੈਣੇ ਸ਼ੁਰੂ ਕਰ ਦੇਣੇ ਚਾਹੀਦੇ ਨੇ। ਤੇ ਇਹਦੇ ਲਈ ਵੀ ਕੁਝ ਸੁਜੈਸਟ ਕੀਤਾ ਜਾਂਦਾ ਹੈ ਕਿ ਕੋਈ ਵੀ ਕੈਲਸ਼ੀਅਮ ਸਪਲੀਮੈਂਟਸ ਅਸੀਂ ਲੈ ਸਕਦੇ ਹਾਂ? ਨਹੀਂ, ਇਹ ਤੁਹਾਡੇ ਡਾਕਟਰ ਹੀ ਤੁਹਾਨੂੰ ਬੈਸਟ ਗਾਈਡ ਕਰਨਗੇ ਕਿ ਕਿਹੜੇ, ਨਾਲੇ ਜਿਹੜੇ ਆਰਥੋ ਦੇ ਹੱਡੀਆਂ ਦੇ ਡਾਕਟਰ ਹੁੰਦੇ ਨੇ ਉਹ ਇਸ ਬਾਰੇ ਬੈਸਟ ਗਾਈਡ ਕਰਦੇ ਨੇ। ਬੋਨ ਡੈਂਸਿਟੀ ਟੈਸਟ ਵੀ ਹੱਡੀਆਂ ਵਾਲੇ ਡਾਕਟਰ ਦੇ ਕੋਲ ਹੋਏਗਾ ਜੀ, ਤੇ ਉਹ ਫਿਰ ਕੈਲਸ਼ੀਅਮ ਇਸ ਤਰ੍ਹਾਂ ਦੀ ਦੇਣਗੇ ਜਿਹੜੀ ਕਿ ਕੋਈ ਬੋਡੀ ਨੂੰ ਨੁਕਸਾਨ ਨਾ ਕਰੇ, ਕਿਉਂਕਿ ਕੈਲਸ਼ੀਅਮ ਕਈ ਜੇ ਤੁਸੀਂ ਆਪਣੀ ਮਰਜ਼ੀ ਨਾਲ ਖਾਣੇ ਤੇ ਕਈ ਵਾਰੀ ਕੈਲਸ਼ੀਅਮ ਸਟੋਨਸ ਵਗੈਰਾ ਵੀ ਬੋਡੀ 'ਚ ਬਣ ਜਾਂਦੇ ਨੇ। ਅੱਛਾ, ਮਤਲਬ ਜੇ ਅਸੀਂ ਕੈਲਸ਼ੀਅਮ ਵੀ ਲੈਣਾ ਚਾਹੁੰਦੇ ਹਾਂ ਤੇ ਇਹਦੇ ਲਈ ਵੀ ਠੀਕ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਤਾਂ ਕਈ ਵਾਰੀ ਇਦਾਂ ਹੀ ਲੈ ਲੈਂਦੇ ਹਾਂ ਕਿ ਜੇ ਕਿ ਸਾਡੀ ਕਿਸੇ ਦੋਸਤ ਨੇ ਲਿੱਤੀ, ਉਹ ਸਾਨੂੰ ਦੱਸ ਦਿੰਦੇ ਕਿ ਇਹ ਕੈਲਸ਼ੀਅਮ ਦੀ ਗੋਲੀਆਂ ਠੀਕ ਹੈ, ਤੁਸੀਂ ਵੀ ਖਾ ਲਓ, ਅੱਛੀਆਂ, ਅਸੀਂ ਉੱਦਾਂ ਹੀ ਲੈ ਲੈਂਦੇ ਹਾਂ। ਇਸ ਬਾਰੇ ਕਈ ਵਾਰੀ ਇੰਨਾ ਧਿਆਨ ਹੀ ਨਹੀਂ ਦਿੱਤਾ ਜਾਂਦਾ, ਪਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਆਰੋਗ ਜੀਵਨ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਹਾਡਾ ਆਪਣਾ ਖਾਦਿਮ ਜਿਊਲਰ
ਵਿਆਹ ਹੋਵੇ ਪੁੱਤ ਦਾ ਜਾਂ ਫਿਰ ਹੋਵੇ ਧੀ ਦਾ, ਆਪਣਿਆਂ ਦਾ ਪਿਆਰ ਤੇ ਵਿਸ਼ਵਾਸ ਤੁਹਾਡਾ ਆਪਣਾ ਖਾਦਿਮ ਜੂਲਰ। ਪਿਆਰ ਹੋਵੇਗਾ ਤੁਹਾਡਾ ਤੇ ਵਿਸ਼ਵਾਸ ਹੋਵੇਗਾ ਸਾਡਾ। ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਹੀਰੇ ਵਰਗੀ ਚਮਕ, ਚਾਹੁੰਦੇ ਹੋ ਕੀਮਤੀ ਪਲਾਂ ਨੂੰ ਖੂਬਸੂਰਤ ਬਣਾਉਣਾ, ਤਾਂ ਫਿਰ ਜਲਦੀ ਪਹੁੰਚੋ ਖਾਦਿਮ ਜੂਲਰ, ਜਿੱਥੇ ਤੁਹਾਨੂੰ ਨਵੇਂ ਡਿਜ਼ਾਈਨਸ ਦੇ ਨਾਲ ਮਿਲਣਗੇ ਪਿਓਰ ਤੇ ਖੂਬਸੂਰਤ ਗਹਿਣੇ। ਸ਼ੁੱਧਤਾ ਤੇ ਭਰੋਸੇ ਦਾ ਨਾਂ ਹੈ ਸਿਰਫ ਤੇ ਸਿਰਫ ਖਾਦਿਮ ਜੂਲਰ। ਗੱਲ ਮੈਰਿਜ ਰਿੰਗ ਦੀ ਹੋਵੇ ਜਾਂ ਫਿਰ ਹੋਵੇ ਕੰਨਾਂ ਦੇ ਝੁਮਕਿਆਂ ਦੀ, ਜਾਂ ਫਿਰ ਹੋਵੇ ਗਲ ਦੇ ਰਾਣੀ ਹਾਰ ਦੀ, ਗੱਲ ਹੋਵੇ ਹੱਥਾਂ ਦੇ ਖੂਬਸੂਰਤ ਚੂੜੀਆਂ ਦੀ, ਤੁਹਾਡੀਆਂ ਖੁਸ਼ੀਆਂ ਦੇ ਵਿੱਚ ਘਰੇ ਸੋਨੇ ਵਾਂਗ ਚਮਕਦਾ ਏ। ਖਾਦਿਮ ਜੂਲਰ ਹਰ ਪ੍ਰਕਾਰ ਦੇ ਗਹਿਣਿਆਂ ਦੀ ਇੱਕ ਵੱਡੀ ਰੇਂਜ ਤੇ ਅਨਬਿਲੀਵੇਬਲ ਪ੍ਰਾਈਸ। ਤਾਂ ਫਿਰ ਹੈ ਨਾ ਖੁਸ਼ਖਬਰੀ, ਰਿਸ਼ਤਿਆਂ ਦੀਆਂ ਤੰਦਾਂ ਨੂੰ ਸੁਨਹਿਰੀ ਅਤੇ ਪਿਆਰ ਭਰੀਆਂ ਗੰਢਾਂ ਦੇਣ ਦੇ ਲਈ ਖਾਦਿਮ ਜੂਲਰ ਆਪਦੀ ਸੇਵਾ ਦੇ ਵਿੱਚ ਹਾਜ਼ਰ ਹੈ। ਰਿਸ਼ਤਿਆਂ ਦੀ ਬੁੱਕਲ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹਮੇਸ਼ਾ ਤਿਆਰ ਤੁਹਾਡਾ ਆਪਣਾ ਖਾਦਿਮ ਜੂਲਰ। ਖਾਦਿਮ ਜੂਲਰ ਦੀ ਵੰਨ-ਸੁਵੰਨਤਾ ਤੁਹਾਡੀ ਰਿਸ਼ਤਿਆਂ ਨੂੰ ਪਿਆਰ ਭਰੇ ਰੰਗ ਦੇ ਵਿੱਚ ਹਮੇਸ਼ਾ ਤੁਹਾਡੇ ਨਾਲ। ਵੈਰਾਈਟੀ ਅਤੇ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ, ਹਮੇਸ਼ਾ ਆਪਣੇ ਪਿਆਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ। ਆਪਣੇ ਚਾਵਾਂ, ਉਮੰਗਾਂ ਤੇ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਪਹੁੰਚੋ ਆਪਣੇ ਸਭ ਤੋਂ ਪੁਰਾਣੇ ਤੇ ਸਭ ਤੋਂ ਪਪੂਲਰ ਜੂਲਰ, ਜਿਸ ਦਾ ਨਾਮ ਹੈ ਖਾਦਿਮ ਜੂਲਰ, ਤੁਹਾਡੇ ਆਪਣੇ ਸ਼ਹਿਰ ਸੈਕਰਾਮੈਂਟੋ 'ਚ। 7386 Stockton Boulevard, Suite L, Sacramento 95823। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਆਰੋਗ ਜੀਵਨ ਤੇ ਡਾਕਟਰ ਸੁਕ੍ਰਿਤੀ ਸ਼ਰਮਾ ਅੱਜ ਸਾਡੇ ਨਾਲ ਨੇ ਤੇ ਲਗਾਤਾਰ ਸਾਨੂੰ ਦੱਸ ਰਹੇ ਨੇ ਕਿ ਪ੍ਰੈਗਨੈਂਸੀ ਦੇ ਵਿੱਚ ਕਿਹੜੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਡਿਲੀਵਰੀ ਤੋਂ ਬਾਅਦ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਨਾਲ ਹੀ ਕਿਹੜੀ ਉਮਰ ਦੀ ਔਰਤ ਨੂੰ ਕਿਹੜੇ ਟੈਸਟ ਕਰਾਣੇ ਚਾਹੀਦੇ ਨੇ ਤਾਂ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਰਹੇ। ਤੇ ਗੱਲ ਕਰੀਏ ਜੇ ਡਾਕਟਰ ਸੁਕ੍ਰਿਤੀ ਪ੍ਰੈਗਨੈਂਸੀ ਦੀ, ਹੈ ਨਾ, ਤੇ ਪ੍ਰੈਗਨੈਂਸੀ ਦੇ ਵਿੱਚ ਅਸੀਂ ਦੇਖਿਆ ਕਿ ਔਰਤਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੋ ਜਾਂਦੀ ਹੈ ਨਾ, ਤੇ ਪਹਿਲੇ ਨਹੀਂ ਹੁੰਦੀ, ਪਹਿਲੇ ਉਹ ਬਿਲਕੁਲ ਠੀਕ ਹੁੰਦੀਆਂ ਨੇ, ਪਰ ਪ੍ਰੈਗਨੈਂਟ ਹੁੰਦੇ ਹੀ ਉਹਨਾਂ ਨੂੰ ਇਹ ਪ੍ਰੋਬਲਮ ਹੋ ਜਾਂਦੀ ਹੈ। ਤੇ ਇਹ ਕਿਉਂ ਹੋ ਜਾਂਦੀ ਹੈ? ਕਈ ਵਾਰ ਇਹ ਹੈ ਕਿ ਜੇ ਤੁਹਾਡਾ ਪ੍ਰੈਗਨੈਂਸੀ ਤੋਂ ਪਹਿਲਾਂ ਹੀ ਥੋੜਾ ਬਹੁਤਾ weight ਜ਼ਿਆਦਾ ਹੈ ਤੇ ਜਦੋਂ ਤੁਸੀਂ ਪ੍ਰੈਗਨੈਂਟ ਹੋ ਗਏ ਉਦੋਂ ਫਿਰ ਤੁਹਾਡਾ weight ਹੋਰ ਵੱਧ ਗਿਆ, ਤੁਹਾਡੀ ਬੋਡੀ ਤੇ ਲੋਡ ਪੈ ਗਿਆ, ਤੁਹਾਡੀ ਬੋਡੀ ਫਿਰ ਇੰਨਾ ਜ਼ਿਆਦਾ ਅੱਛਾ ਕੰਮ ਨਹੀਂ ਕਰਦੀ ਜਿੰਨਾ ਕਿ ਇੱਕ ਬੰਦੇ ਲਈ ਕਰਦੀ ਹੈ। ਜੇ ਪ੍ਰੈਗਨੈਂਟ ਹੋ ਗਏ ਤੇ ਦੋ ਹੋ ਗਏ, ਬੇਬੀ ਵੀ ਹੋ ਗਿਆ, ਮਦਰ ਵੀ ਹੋ ਗਈ, ਤੇ ਉਹਦੇ ਨਾਲ ਕੀ ਹੈ ਕਿ ਸ਼ੂਗਰ ਜਿਹੜੀ ਆਪਾਂ ਖਾਣੇ ਬੋਡੀ 'ਚ, ਆਪਾਂ ਜੋ ਵੀ ਚੀਜ਼ ਖਾ ਰਹੇ ਹਾਂ ਉਹ ਜਾ ਕੇ ਗਲੂਕੋਜ਼ 'ਚ ਕਨਵਰਟ ਹੁੰਦੀ ਹੈ। ਜੋ ਵੀ ਆਪਾਂ ਖਾਣੇ ਪ੍ਰੋਟੀਨਸ ਹੈ, ਫੈਟ ਹੈ, ਸਾਰਾ ਕੁਝ ਲੇਟਰ ਔਨ ਗਲੂਕੋਜ਼ ਹੀ ਬਣਦਾ ਹੈ। ਫਿਰ ਕੀ ਹੋਏਗਾ, ਤੁਹਾਡੀ ਬੋਡੀ 'ਚ ਵੀਕਨੈਸ ਆ ਜਾਏਗੀ, ਤੁਹਾਡੀ ਬੋਡੀ ਇਸ ਸ਼ੂਗਰ ਲੈਵਲ ਨੂੰ ਅੱਛੀ ਤਰ੍ਹਾਂ ਮੈਟਾਬੋਲਾਈਜ਼ ਨਹੀਂ ਕਰੇਗੀ, ਯੂਜ਼ ਨਹੀਂ ਕਰੇਗੀ, ਕਿਉਂਕਿ ਤੁਹਾਡੀ ਮੇ ਵੀ ਕੁਝ ਇੰਟਰਨਲ ਵੀਕਨੈਸ ਆ ਗਈ ਹੈ। ਤੇ ਕੁਝ ਪੇਸ਼ੈਂਟਸ ਇਦਾਂ ਦੇ ਹੁੰਦੇ ਜਿਨ੍ਹਾਂ ਦੀ ਫੈਮਿਲੀ 'ਚ ਸ਼ੂਗਰ ਰਨ ਕਰਦੀ ਹੈ, ਉਹਨਾਂ ਨੂੰ ਵੀ ਸ਼ੂਗਰ ਦੀ ਪ੍ਰੋਬਲਮ ਡਿਊਰਿੰਗ ਪ੍ਰੈਗਨੈਂਸੀ ਹੋ ਜਾਂਦੀ ਹੈ। ਤੇ ਇਹ ਪ੍ਰੈਗਨੈਂਸੀ ਦੇ ਵਿੱਚ ਹੀ ਪ੍ਰੋਬਲਮ ਰਹਿੰਦੀ ਹੈ, ਡਿਲੀਵਰੀ ਤੋਂ ਬਾਅਦ ਵੀ ਇਹ ਸ਼ੂਗਰ ਹੁੰਦੀ ਹੈ ਕਿ ਠੀਕ ਹੋ ਜਾਂਦੀ ਹੈ? ਕਈ ਪੇਸ਼ੈਂਟਸ ਨੂੰ 80% ਪੇਸ਼ੈਂਟਸ ਨੂੰ ਡਿਲੀਵਰੀ ਤੋਂ ਬਾਅਦ ਉਹਨਾਂ ਦਾ weight ਘਟ ਜਾਂਦਾ ਹੈ ਤੇ ਹੌਲੀ ਹੌਲੀ ਸ਼ੂਗਰ ਜਿਹੜੀ ਹੈ ਉਹ ਆਪਣੇ ਆਪ ਹੀ ਨਾਰਮਲ ਰਹਿਣ ਲੱਗ ਜਾਂਦੀ ਹੈ। ਕੁਝ ਪੇਸ਼ੈਂਟਸ ਹੁੰਦੇ ਜਿਨ੍ਹਾਂ ਦੀ ਫੈਮਿਲੀ 'ਚ ਰਨ ਕਰਦੀ ਹੈ, ਉਹਨਾਂ ਨੂੰ ਫਿਰ ਬਾਅਦ 'ਚ ਵੀ ਸ਼ੂਗਰ ਦੀ ਮੈਡੀਸਿਨ ਖਾਣੀ ਪੈਂਦੀ ਹੈ। ਤੇ ਇਹ ਵੀ ਕਿਹਾ ਗਿਆ ਹੈ ਕਿ ਇਹ ਸੱਚ ਹੈ ਕਿ ਮਿਥ ਹੈ ਕਿ ਜਿਹਨੂੰ ਪ੍ਰੈਗਨੈਂਸੀ ਦੇ ਵਿੱਚ ਸ਼ੂਗਰ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ, ਹੈ ਨਾ, ਕਾਫੀ ਸਾਲਾਂ ਤੋਂ ਬਾਅਦ ਉਹਨੂੰ ਚਾਂਸਸ ਵੱਧ ਜਾਂਦੇ ਨੇ ਸ਼ੂਗਰ ਜੀ ਡੈਫੀਨੇਟਲੀ ਜੀ। ਹਾਂਜੀ, ਜਿਨ੍ਹਾਂ ਨੂੰ ਡਿਊਰਿੰਗ ਪ੍ਰੈਗਨੈਂਸੀ ਸ਼ੂਗਰ ਹੁੰਦੀ ਹੈ ਤੇ ਜੇ ਡਿਲੀਵਰੀ ਤੋਂ ਬਾਅਦ ਠੀਕ ਹੋ ਵੀ ਗਈ ਤਾਂ ਵੀ ਉਹਨਾਂ ਨੂੰ ਚਾਂਸਸ ਹੁੰਦੇ ਨੇ ਕਿ 45 ਤੋਂ ਬਾਅਦ ਜਾਂ 40 ਤੋਂ ਬਾਅਦ 50 ਤੋਂ ਬਾਅਦ ਉਹਨਾਂ ਨੂੰ ਕਦੀ ਲਾਈਫ 'ਚ ਸ਼ੂਗਰ ਦੀ ਪ੍ਰੋਬਲਮ ਹੋ ਸਕਦੀ ਹੈ ਯਾਨੀ ਕਿ ਜੇ ਉਹਨਾਂ ਨੂੰ ਪ੍ਰੈਗਨੈਂਸੀ ਦੇ ਵਿੱਚ ਸ਼ੂਗਰ ਹੋਈ ਹੈ ਤੇ ਉਹਨਾਂ ਨੂੰ ਟੈਸਟ ਫਿਰ ਵਿੱਚ ਸ਼ੂਗਰ ਲਈ ਵਿੱਚ ਹਾਂਜੀ ਉਹਨਾਂ ਨੂੰ ਫਿਰ ਬਾਅਦ 'ਚ ਥੋੜਾ ਜਿਹਾ ਇੱਕ ਤੇ ਥੋੜਾ ਸ਼ੂਗਰ ਤੋਂ ਪਰਹੇਜ਼ ਹੀ ਕਰਨਾ ਚਾਹੀਦਾ। ਉਸ ਤੋਂ ਬਾਅਦ ਫਿਰ ਜਦੋਂ ਥੋੜੇ ਸਾਲ ਬਾਅਦ ਉਹਨਾਂ ਨੂੰ ਆਪਣਾ ਰੈਗੂਲਰ ਸ਼ੂਗਰ ਮੋਨੀਟਰਿੰਗ ਕਰ ਲੈਣੀ ਚਾਹੀਦੀ ਹੈ, ਟੈਸਟ ਕਰਾ ਲੈਣਾ ਚਾਹੀਦਾ ਤਾਂ ਹੀ ਜਿਹੜਾ ਹੈ ਉਹ ਪੂਰੀ ਤਰ੍ਹਾਂ ਪਤਾ ਲੱਗ ਸਕੇਗਾ। ਤੇ ਜੇ ਗੱਲ ਕਰੀਏ ਥਾਇਰਾਇਡ ਦੀ,
ਤੇ ਥਾਇਰਾਇਡ ਦੇ ਵਿੱਚ ਤਾਂ ਕਈ ਵਾਰੀ ਅਸੀਂ ਦੇਖਿਆ ਕਿ ਪ੍ਰੈਗਨੈਂਸੀ ਨਹੀਂ ਹੁੰਦੀ ਹੈ ਨਾ, ਤੇ ਜੇ ਹੋ ਜਾਂਦੀ ਹੈ ਤੇ ਬੜੀਆਂ ਕੰਪਲਿਕੇਸ਼ਨਸ ਆਉਂਦੀਆਂ ਨੇ, ਇਹਦੇ ਲਈ ਤੁਸੀਂ ਜ਼ਰੂਰ ਦੱਸੋ। ਥਾਇਰੋਇਡ ਇਸ ਤਰ੍ਹਾਂ ਹੈ ਕਿ ਜੇ ਥਾਇਰੋਇਡ ਸਾਡਾ ਵੱਧ ਜਾਂਦਾ ਹੈ ਜੀ ਫਿਰ ਪ੍ਰੈਗਨੈਂਸੀ ਹੋਣ 'ਚ ਪ੍ਰੋਬਲਮ ਹੁੰਦੀ ਹੈ। ਕਈਆਂ ਨੂੰ ਪਹਿਲਾਂ ਹੀ ਪ੍ਰੈਗਨੈਂਸੀ ਤੋਂ ਪਹਿਲਾਂ ਹੀ ਪੀਰੀਅਡ ਪ੍ਰੋਬਲਮ ਰਹਿਣ ਲੱਗ ਜਾਂਦੀ ਹੈ ਕਿ ਪੀਰੀਅਡਸ ਜਾਂ ਤੇ ਬਹੁਤ ਜ਼ਿਆਦਾ ਆ ਰਹੇ ਨੇ ਜਾਂ ਬਿਲਕੁਲ ਹੀ ਨਹੀਂ ਆ ਰਹੇ। ਤੇ ਥਾਇਰੋਇਡ ਬਹੁਤ ਜ਼ਰੂਰੀ ਹੈ। ਥਾਇਰੋਇਡ ਇਸ ਤਰ੍ਹਾਂ ਦਾ ਹਾਰਮੋਨ ਹੈ ਜਿਹੜਾ ਜੇ ਨਾਰਮਲ ਰਹੇਗਾ ਤਾਂ ਹੀ ਜਿਹੜਾ ਸਾਡਾ ਯੂਟਰਸ ਓਵਰੀਜ਼ ਦਾ ਫੰਕਸ਼ਨ ਹੈ ਉਹ ਪ੍ਰੋਪਰ ਰਹੇਗਾ। ਤੇ ਜੇ ਤੁਹਾਨੂੰ ਪਹਿਲਾਂ ਹੀ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਪਹਿਲਾਂ ਹੀ ਟੈਸਟ ਕਰਾ ਕੇ ਉਹਦੀ ਮੈਡੀਸਿਨ ਲੈਣੀ ਪਏਗੀ ਕਿਉਂਕਿ ਤਾਂ ਕਿ ਤੁਹਾਨੂੰ ਕਨਸੀਵ ਹੋ ਜਾਵੇ। ਜੇ ਇਸ ਤਰ੍ਹਾਂ ਹੋ ਰਿਹਾ ਕਿ ਤੁਹਾਨੂੰ ਕਨਸੀਵ ਹੋ ਗਿਆ ਪਰ ਡਿਊਰਿੰਗ ਪ੍ਰੈਗਨੈਂਸੀ ਥਾਇਰੋਇਡ ਡਾਇਗਨੋਸ ਹੋਇਆ, ਫਿਰ ਕੀ ਹੋਏਗਾ ਕਿ ਜੇ ਆਪਾਂ ਉਹਨੂੰ ਕੰਟਰੋਲ ਨਹੀਂ ਕਰਦੇ, ਉਹਦੀ ਮੈਡੀਸਿਨ ਨਹੀਂ ਖਾਂਦੇ, ਫਿਰ ਜਾਂ ਤੇ ਤੁਹਾਡਾ ਮਿਸਕੈਰੇਜ ਹੋ ਸਕਦਾ ਹੈ ਜਾਂ ਫਿਰ ਬੱਚੇ ਦੀ ਹਾਰਟ ਬੀਟ ਨਹੀਂ ਬਣੇਗੀ। ਅੱਛਾ ਹਾਂਜੀ, ਜਾਂ ਫਿਰ ਇਹ ਹੋਏਗਾ ਕਿ ਬੱਚੇ ਦੇ ਕੋਈ ਬ੍ਰੇਨ ਤੇ ਕੋਈ IQ ਤੇ ਲੇਟਰ ਔਨ ਅਸਰ ਪੈ ਜਾਏਗਾ, ਅਸਰ ਪੈ ਸਕਦਾ ਹੈ। ਇਸ ਲਈ ਥਾਇਰਾਇਡ ਦੀ ਜੇ ਪ੍ਰੋਬਲਮ ਪਹਿਲਾਂ ਵੀ ਹੈ ਤਾਂ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਤੇ ਜੇ ਪ੍ਰੈਗਨੈਂਸੀ ਦੇ ਵਿੱਚ ਵੀ ਥਾਇਰਾਇਡ ਹੋ ਜਾਂਦਾ ਹੈ ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਤੇ ਜੇ ਡਾਈਟ ਦੀ ਗੱਲ ਕਰੀਏ ਹੈ ਨਾ, ਕਿਸ ਤਰ੍ਹਾਂ ਦੀ ਡਾਈਟ ਸਾਨੂੰ ਪ੍ਰੈਗਨੈਂਸੀ ਦੇ ਵਿੱਚ ਲੈਣੀ ਚਾਹੀਦੀ ਹੈ ਤਾਂ ਕਿ ਜੱਚਾ ਤੇ ਬੱਚਾ ਦੋਨੋਂ ਤੰਦਰੁਸਤ ਰਹਿਣ। ਪ੍ਰੈਗਨੈਂਸੀ 'ਚ ਮੇਗਾ ਅਸੀਂ ਤੇ ਪੇਸ਼ੈਂਟਸ ਨੂੰ ਕਹਿੰਦੇ ਆ ਕਿ ਜੋ ਕੁਝ ਵੀ ਤੁਹਾਡੇ ਘਰ 'ਚ ਬਣ ਰਿਹਾ ਨਾ, ਸਾਰਾ ਕੁਝ ਤੁਸੀਂ ਮੋਡਰੇਟ ਅਮਾਊਂਟ 'ਚ ਖਾ ਸਕਦੇ ਹੋ। ਨਾ ਤੇ ਕੋਈ ਚੀਜ਼ ਬਹੁਤ ਘੱਟ ਖਾਣੀ ਹੈ, ਨਾ ਕੋਈ ਚੀਜ਼ ਬਹੁਤ ਜ਼ਿਆਦਾ ਖਾਣੀ ਹੈ। ਜਿਸ ਤਰ੍ਹਾਂ ਤੁਸੀਂ ਪ੍ਰੈਗਨੈਂਸੀ ਤੋਂ ਪਹਿਲਾਂ ਆਪਣੀ ਡਾਈਟ ਲੈਂਦੇ ਸੀ, ਬਸ ਉਸ ਤੋਂ ਥੋੜੀ ਜਿਹੀ ਜ਼ਿਆਦਾ, ਓਨਲੀ 300 ਕੈਲੋਰੀਜ਼ ਜ਼ਿਆਦਾ ਤੁਸੀਂ ਕਰਨੀਆਂ ਨੇ। ਤੇ ਫਿਰ ਤੁਸੀਂ ਆਪਣੀ ਉਹੀ ਸੇਮ ਡਾਈਟ, ਉਹੀ ਰੂਟੀਨ ਕੰਟੀਨਿਊ ਕਰ ਸਕਦੇ ਹੋ। ਪਰ ਇਹ ਹੈ ਕਿ ਤੁਹਾਨੂੰ 2-2 ਘੰਟੇ ਬਾਅਦ ਡਿਊਰਿੰਗ ਪ੍ਰੈਗਨੈਂਸੀ ਖਾਣਾ ਚਾਹੀਦਾ ਹੈ, ਕਿਉਂਕਿ 2 ਘੰਟੇ 'ਚ ਜੋ ਵੀ ਤੁਸੀਂ ਖਾਓਗੇ ਉਹ ਬੇਬੀ ਨੂੰ ਚਲਾ ਜਾਏਗਾ, ਤੁਹਾਨੂੰ ਵੀਕਨੈਸ ਹੋ ਸਕਦੀ, ਚੱਕਰ ਆ ਸਕਦੇ ਨੇ। ਪ੍ਰੈਗਨੈਂਸੀ 'ਚ ਤੁਸੀਂ ਥੋੜਾ ਖਾਓ ਇਨ ਮੋਡਰੇਟ ਅਮਾਊਂਟ ਤੇ 2-2 ਘੰਟੇ ਬਾਅਦ ਖਾਓ। ਉਸ ਤੋਂ ਇਲਾਵਾ ਤੁਹਾਨੂੰ ਸ਼ੂਗਰ ਵਾਲੀਆਂ ਚੀਜ਼ਾਂ ਥੋੜ੍ਹੀਆਂ ਘੱਟ ਹੀ ਖਾਣੀਆਂ ਚਾਹੀਦੀਆਂ ਨੇ, ਪਰ ਪ੍ਰੋਟੀਨ ਇਨਟੇਕ ਤੁਹਾਡੀ ਜ਼ਿਆਦਾ ਹੋਣੀ ਚਾਹੀਦੀ ਹੈ। ਜੀ, ਪ੍ਰੋਟੀਨ ਇਨਟੇਕ ਜ਼ਿਆਦਾ ਹੋਣੀ ਚਾਹੀਦੀ ਹੈ। ਅਰਲੀ ਪ੍ਰੈਗਨੈਂਸੀ ਦੇ ਵਿੱਚ ਅਸੀਂ ਇਹ ਸਿੰਪਟਮ ਵੀ ਦੇਖਦੇ ਹਾਂ ਕਿ ਵੋਮਿਟਿੰਗਸ ਕਾਫੀ ਆਉਂਦੀਆਂ ਨਾ, ਕੁਝ ਹਜ਼ਮ ਨਹੀਂ ਹੁੰਦਾ, ਜੋ ਖਾਓ ਉਹ ਵੋਮਿਟਿੰਗ ਦੇ ਜ਼ਰੀਏ ਬਾਹਰ ਨਿਕਲ ਜਾਂਦਾ ਹੈ। ਤੇ ਇਹਦੇ ਲਈ ਫਿਰ ਕੀ ਸੁਜੈਸਟ ਕੀਤਾ ਜਾਂਦਾ ਹੈ? ਇਹਦੇ ਲਈ ਮੇਗਾ ਇਹ ਹੈ ਕਿ ਕੁਝ ਮੈਡੀਸਿਨਸ ਹੁੰਦੀਆਂ ਜਿਹੜੀਆਂ ਅਸੀਂ ਦਿੰਦੇ ਆ, ਉਹਦੇ ਨਾਲ ਫਿਰ ਪੇਸ਼ੈਂਟਸ ਦੇ ਵੋਮਿਟਿੰਗ ਦੇ ਜਿਹੜੇ ਸਿੰਪਟਮ ਹੈ ਜਾਂ ਸਮੈਲ ਛੜਨ ਦੇ ਜਾਂ ਨੌਜ਼ੀਆ ਹੋਣ ਦੇ ਜਾਂ ਭੁੱਖ ਨਾ ਲੱਗਣ ਦੇ ਜਿਹੜੇ ਸਿੰਪਟਮ ਹੈ ਉਹ ਘੱਟ ਹੋ ਜਾਂਦੇ ਨੇ। ਫਿਰ ਪੇਸ਼ੈਂਟਸ ਨੂੰ ਨੌਜ਼ੀਆ ਵੀ ਨਹੀਂ ਹੁੰਦਾ, ਸਮੈਲ ਵੀ ਨਹੀਂ ਛੱਡਦੀ, ਤੇ ਜੋ ਵੀ ਤੁਸੀਂ ਖਾਓ ਅੱਛੀ ਤਰ੍ਹਾਂ ਡਾਈਜੈਸਟ ਵੀ ਹੋ ਜਾਂਦਾ ਹੈ। ਜੀ, ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਤੇ ਡਾਕਟਰ ਸੁਕ੍ਰਿਤੀ, ਜੇ ਅੱਜ ਕੱਲ੍ਹ ਦੇ ਟਾਈਮ ਦੀ ਅਸੀਂ ਗੱਲ ਕਰੀਏ, ਅਸੀਂ ਦੇਖੀਏ ਕਿ ਕਰੋਨਾ ਦਾ ਸਮਾਂ ਹੈ ਨਾ, ਜਿੱਥੇ ਅਸੀਂ ਜੇ ਨਾਰਮਲ ਵੀ ਹਾਂ, ਬਿਲਕੁਲ ਠੀਕ ਵੀ ਹਾਂ, ਤਾਂ ਵੀ ਅਸੀਂ ਪੂਰੀ ਪ੍ਰੀਕਾਸ਼ਨਸ ਵਰਤ ਰਹੇ ਹਾਂ ਤੇ ਵਰਤਣੀਆਂ ਚਾਹੀਦੀਆਂ ਵੀ। ਜੋ ਗਾਈਡਲਾਈਨ ਸਾਨੂੰ ਮਿਲੇ, ਮਾਸਕ ਪਾ ਕੇ ਰੱਖੀਏ, ਸੈਨੀਟਾਈਜ਼ਰ ਦਾ ਇਸਤੇਮਾਲ ਕਰੀਏ। ਤੇ ਪ੍ਰੈਗਨੈਂਟ ਲੇਡੀ ਨੂੰ ਤੁਸੀਂ ਇਸ ਵੇਲੇ ਕੀ ਸੁਜੈਸਟ ਕਰਦੇ ਹੋ, ਕਿਸ ਤਰ੍ਹਾਂ ਦੀ ਐਕਸਟਰਾ ਕੇਅਰ ਉਹ ਇਸ ਦੌਰਾਨ ਆਪਣੀ ਲਵੇ? ਹੁਣ ਤੇ ਇਹ ਮੇਗਾ ਕਿ ਪ੍ਰੈਗਨੈਂਟ ਲੇਡੀਜ਼ ਨੂੰ ਫਿਲਹਾਲ ਇੰਡੀਆ 'ਚ ਵੈਕਸੀਨ ਨਹੀਂ ਲੱਗ ਰਹੀ, ਪਰ ਕਈ ਕੰਟਰੀਜ਼ ਹੈ ਜਿੱਥੇ ਪ੍ਰੈਗਨੈਂਟ ਲੇਡੀਜ਼ ਨੂੰ ਵੈਕਸੀਨ ਹੁਣ ਉਹਨਾਂ ਨੇ ਸਟਾਰਟ ਕਰਤੀ ਹੈ। ਪਰ ਜੇ ਤੁਸੀਂ ਵੈਕਸੀਨ ਲਗਵਾ ਲਈ ਹੈ ਫਿਰ ਤੇ ਠੀਕ ਹੈ, ਫਿਰ ਵੀ ਤੁਹਾਨੂੰ ਥੋੜ੍ਹੀ ਦੇਰ ਤੇ ਮਾਸਕ ਪਾ ਕੇ ਰੱਖਣਾ ਪਏਗਾ ਜਦੋਂ ਤੱਕ ਤੁਹਾਨੂੰ ਸੈਕਿੰਡ ਡੋਜ਼ ਨਹੀਂ ਲੱਗਦੀ। ਪਰ ਜੇ ਤੁਸੀਂ ਇੰਡੀਆ 'ਚੋਂ ਤੇ ਫਿਰ ਤੁਹਾਨੂੰ ਆਪਣਾ ਬਚਾਅ ਹੀ ਕਰਨਾ ਪਏਗਾ, ਆਪਣਾ ਬਚਾਅ ਹੀ ਕਰੋ। ਬਾਕੀ ਹੁਣ ਤੱਕ ਤੇ ਮੈਨੂੰ ਲੱਗਦਾ ਹੈ ਕਿ ਇੰਨਾ ਟਾਈਮ ਹੋ ਚੁੱਕਿਆ, ਆਈ ਥਿੰਕ ਮੋਸਟਲੀ ਤੁਸੀਂ ਸਾਰੇ ਹੀ ਲੋਕ ਐਕਸਪੋਜ਼ਡ ਹੋਣਗੇ, ਉਹਨਾਂ ਨੂੰ ਐਂਟੀਬੋਡੀਜ਼ ਹੋਣਗੀਆਂ। ਪਰ ਫਿਰ ਵੀ ਜਿੰਨਾ ਹੁਣੇ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਟਾਈਮ ਹੈ ਕਿ ਕੋਵਿਡ ਹੈ ਵੀ ਹੈ, ਨਹੀਂ ਵੀ ਹੈ, ਬਿਲਕੁਲ ਠੀਕ ਗੱਲ ਹੈ। ਇਸ ਤਰ੍ਹਾਂ ਦੇ ਟਾਈਮ ਤੇ ਪ੍ਰੀਕਾਸ਼ਨਸ ਹੀ ਰੱਖਣੀਆਂ ਪੈਣਗੀਆਂ। ਮਤਲਬ ਮਾਸਕ ਦੀ ਡੈਫੀਨੇਟਲੀ ਜਿੱਥੇ ਵੀ ਜਾਓ ਉੱਥੇ ਜਾ ਕੇ ਮਤਲਬ ਮਾਸਕ ਪਾ ਕੇ ਘਰੋਂ ਬਾਹਰ ਜਾਓ, ਜਿਹੜਾ ਘਰ ਅੰਦਰ ਆਏ ਉਹ ਸੈਨੀਟਾਈਜ਼ਰ ਯੂਜ਼ ਕਰੇ, ਰਿਲੇਟਿਵਸ ਵੀ ਬਾਹਰ ਮਾਸਕ ਲਗਾ ਕੇ ਜਾਣ। ਤਾਂ ਇਸ ਤਰ੍ਹਾਂ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਤੇ ਜੇ ਗੱਲ ਕਰੀਏ ਦਵਾਈਆਂ ਦੀ, ਤੇ ਪ੍ਰੈਗਨੈਂਸੀ ਦੇ ਦੌਰਾਨ ਕਿਹੜੀਆਂ ਦਵਾਈਆਂ ਜਿਹੜੀਆਂ ਹੈ ਬਹੁਤ ਜ਼ਰੂਰੀ ਹੈ, ਜਿਹੜੇ ਕਿ ਹਰ ਇੱਕ ਨੂੰ ਖਾਣੀਆਂ ਚਾਹੀਦੀਆਂ ਨੇ? ਡਿਊਰਿੰਗ ਪ੍ਰੈਗਨੈਂਸੀ ਪਹਿਲੇ 3 ਮਹੀਨਿਆਂ 'ਚ ਤੁਹਾਨੂੰ ਫੋਲਿਕ ਐਸਿਡ ਜ਼ਰੂਰ ਖਾਣੀ ਚਾਹੀਦੀ ਹੈ। ਉਸ ਤੋਂ ਇਲਾਵਾ ਜੇ ਤੁਹਾਨੂੰ ਵੋਮਿਟਿੰਗ ਹੋ ਰਹੀ ਹੈ, ਬਹੁਤ ਜ਼ਿਆਦਾ ਵੋਮਿਟਿੰਗ ਹੋ ਰਹੀ ਹੈ, ਤੇ ਉਹਨੂੰ ਰੋਕਣ ਦੀ ਜਿਹੜੀ ਮੈਡੀਸਿਨ ਹੈ ਉਹ ਖਾਣੀ ਚਾਹੀਦੀ ਹੈ। ਫਿਰ ਚੌਥੇ ਮਹੀਨੇ ਤੋਂ ਆਇਰਨ ਕੈਲਸ਼ੀਅਮ ਬਹੁਤ ਜ਼ਿਆਦਾ ਜ਼ਰੂਰੀ ਹੈ। ਆਇਰਨ ਦੇ ਨਾਲ ਤੁਹਾਡਾ ਬਲੱਡ ਪੂਰਾ ਰਹੇਗਾ, ਬੱਚੇ ਨੂੰ ਪੂਰੀ ਖੁਰਾਕ ਜਾਏਗੀ, ਤੇ ਸਾਰੀਆਂ ਜੇ ਤੁਸੀਂ ਹੋਰ ਵੀ ਮੈਡੀਸਿਨਸ ਖਾ ਰਹੇ ਹੋ ਬਲੱਡ ਦੇ ਥਰੂ ਬੱਚੇ ਨੂੰ ਪ੍ਰੋਪਰਲੀ ਚਲ ਜਾਣਗੀਆਂ, ਬੱਚੇ ਦੀ ਗਰੋਥ ਪ੍ਰੋਪਰ ਹੋ ਜਾਏਗੀ, ਆਕਸੀਜਨ ਲੈਵਲਸ ਪੂਰੇ ਰਹਿਣਗੇ। ਉਸ ਤੋਂ ਇਲਾਵਾ ਕੈਲਸ਼ੀਅਮ ਖਾਣੀ ਚਾਹੀਦੀ ਹੈ। ਕੈਲਸ਼ੀਅਮ
ਅੱਜਕੱਲ ਕੰਬੀਨੇਸ਼ਨਸ ਆਉਂਦੇ ਨੇ ਵਿਦ ਵਿਟਾਮਿਨ ਡੀ। ਉਹਦੇ ਨਾਲ ਮਦਰ ਦੀਆਂ ਬੋਨਸ ਚੋਂ ਕੋਈ ਜ਼ਿਆਦਾ ਕੈਲਸ਼ੀਅਮ ਲਾਸ ਨਹੀਂ ਹੁੰਦਾ ਤੇ ਬੱਚੇ ਦੀਆਂ ਬੋਨਸ ਵੀ ਪ੍ਰੋਪਰਲੀ ਬਣ ਜਾਂਦੀਆਂ ਤੇ ਵੈਕਸੀਨੇਸ਼ਨ ਦੀ ਜੇ ਗੱਲ ਕਰੀਏ ਤੇ ਕਿਹੜੇ ਜਿਹੜੀ ਹੈ ਉਹ ਜ਼ਰੂਰੀ ਹੈ ਪ੍ਰੈਗਨੈਂਸੀ ਦੇ ਵਿੱਚ, ਕਿਹੜੇ ਇੰਜੈਕਸ਼ਨਸ ਜਿਹੜੇ ਲੱਗਦੇ ਪ੍ਰੈਗਨੈਂਸੀ 'ਚ ਇੰਡੀਆ 'ਚ ਟੈਟਨਸ ਦੇ ਟੀਕੇ ਤੇ ਲੱਗਦੇ ਹੀ ਨੇ, ਸਾਰਿਆਂ ਨੂੰ ਲੱਗਦੇ ਨੇ, ਈਵਨ ਗਵਰਨਮੈਂਟ ਸੈਟਅਪਸ 'ਚ ਲੱਗਦੇ ਨੇ। ਉਸ ਤੋਂ ਇਲਾਵਾ ਹੋਰ ਕੁਝ ਵੈਕਸੀਨਸ ਹੈ, ਜਿੱਦਾਂ ਇੱਕ ਹੈ ਟੀਡੈਪ ਵੈਕਸੀਨ, ਉਹ ਲੱਗਦੀ ਹੈ। ਉਹਦੇ 'ਚ ਟੈਟਨਸ ਵੀ ਉਹਦੇ 'ਚ ਇੰਕਲੂਡਡ ਹੈ। ਉਸ ਤੋਂ ਇਲਾਵਾ ਡਿਪਥੀਰੀਆ ਇੱਕ ਡਿਜ਼ੀਜ਼ ਹੁੰਦੀ ਹੈ ਜਿਹੜੀ ਬੱਚੇ ਨੂੰ ਹੋ ਸਕਦੀ, ਜਾਂ ਪਰਟੂਸਿਸ, ਉਹਦੇ ਅਗੇਂਸਟ ਵੀ ਇਹਦੇ 'ਚ ਹੈ ਵੈਕਸੀਨ। ਤੇ ਨਾਲ ਇੱਕ ਹੋਰ ਨਵੀਂ ਵੈਕਸੀਨ ਆਈ ਹੈ, ਉਹ ਹੈ ਵੈਕਸੀ ਫਲੂ। ਉਹ ਫਲੂ ਤੋਂ ਮਦਰ ਨੂੰ ਪ੍ਰੀਵੈਂਟ ਕਰਦੀ ਹੈ। ਮਦਰ ਨੂੰ 1 ਸਾਲ ਤੱਕ ਪ੍ਰੋਟੈਕਸ਼ਨ ਹੈ ਤੇ ਬੱਚੇ ਨੂੰ ਬਰਥ ਦੇ 6 ਮਹੀਨੇ ਤੱਕ 4 ਤਰ੍ਹਾਂ ਦੇ ਫਲੂ ਦੇ ਵਾਇਰਸਿਸ ਤੋਂ ਪ੍ਰੋਟੈਕਸ਼ਨ ਹੈ। ਜੀ ਇਹ ਵੈਕਸੀਨ ਜ਼ਰੂਰ ਪ੍ਰੈਗਨੈਂਸੀ 'ਚ ਲਗਵਾਉਣੀਆਂ ਚਾਹੀਦੀਆਂ, ਕਿਉਂਕਿ ਕਿਹਾ ਜਾਂਦਾ ਨਾ ਜੇ ਪ੍ਰੈਗਨੈਂਸੀ ਦੇ ਵਿੱਚ ਕੋਈ ਪ੍ਰੋਬਲਮ ਤੁਹਾਨੂੰ ਆ ਜਾਂਦੀ ਹੈ, ਮੈਡੀਕਲ ਕੋਈ ਪ੍ਰੋਬਲਮ, ਤੁਸੀਂ ਜ਼ਿਆਦਾ ਦਵਾਈਆਂ ਨਹੀਂ ਖਾ ਸਕਦੇ, ਹੈ ਨਾ। ਤੇ ਜੇ ਬੁਖਾਰ ਆ ਗਿਆ ਜਾਂ ਤੁਹਾਨੂੰ ਕੋਲਡ ਹੋ ਗਿਆ ਜਾਂ ਇੱਦਾਂ ਦੀ ਹੋਰ ਵੀ ਕੋਈ ਛੋਟੀ ਮੋਟੀ ਪ੍ਰੋਬਲਮ ਹੁੰਦੀ ਹੈ ਤੇ ਕੀ ਅਸੀਂ ਕੋਈ ਮੈਡੀਸਿਨ ਲੈ ਸਕਦੇ ਹਾਂ? ਜੀ ਡੈਫੀਨੇਟਲੀ ਆਪਣੀ ਗਾਇਨਿਕ ਨੂੰ ਕੰਸਲਟ ਕਰਕੇ ਜੇ ਤੁਹਾਨੂੰ ਪ੍ਰੈਗਨੈਂਸੀ 'ਚ ਕੋਈ ਐਡੀਸ਼ਨਲ ਪ੍ਰੋਬਲਮ ਆ ਗਈ ਹੈ, ਜਿਸ ਤਰ੍ਹਾਂ ਬਹੁਤ ਸਾਰੇ ਪੇਸ਼ੈਂਟਸ ਹੈ ਜਿਨ੍ਹਾਂ ਨੂੰ ਪ੍ਰੈਗਨੈਂਸੀ 'ਚ ਲੂਜ਼ ਮੋਸ਼ਨਸ ਹੋ ਜਾਂਦੀਆਂ ਨੇ, ਜਾਂ ਟਾਈਫਾਇਡ ਹੋ ਗਿਆ, ਜਾਂ ਕੁਝ ਪੇਸ਼ੈਂਟਸ ਹੈ ਜਿਨ੍ਹਾਂ ਨੂੰ ਕਈ ਵਾਰੀ ਡੇਂਗੂ ਹੋ ਜਾਂਦਾ ਹੈ ਇਨ ਪ੍ਰੈਗਨੈਂਸੀ, ਜਾਂ ਫਿਰ ਥੋੜ੍ਹਾ ਬਹੁਤ ਖਾਂਸੀ ਜ਼ੁਕਾਮ, ਇਹ ਚੀਜ਼ਾਂ ਹੋ ਜਾਂਦੀਆਂ। ਇਹਦੇ ਲਈ ਪ੍ਰੈਗਨੈਂਸੀ ਸੇਫ ਮੈਡੀਸਿਨਸ ਲੈਣੀਆਂ ਚਾਹੀਦੀਆਂ ਨੇ, ਜਿਹੜੀਆਂ ਕਿ ਉਹ ਅਲੱਗ ਦੇਰ ਇਜ਼ ਮਤਲਬ ਅ ਸੈਪਰੇਟ ਲਿਸਟ ਆਫ ਮੈਡੀਸਿਨਸ ਜਿਹੜੀਆਂ ਪ੍ਰੈਗਨੈਂਟ ਪੇਸ਼ੈਂਟਸ ਲਈ ਹੁੰਦੀਆਂ ਨੇ, ਕਿ ਜੇ ਲੂਜ਼ ਮੋਸ਼ਨ ਹੈ ਤੇ ਇਹ ਮੈਡੀਸਿਨ ਖਾਣੀ ਹੈ, ਕਿਹੜੀ ਕੰਡੀਸ਼ਨ ਲਈ ਕਿਹੜੀ, ਜਿਹੜੀ ਬੱਚੇ ਲਈ ਬਿਲਕੁਲ ਸੇਫ ਹੋਏ। ਜੀ ਤੇ ਉਹ ਮੈਡੀਸਿਨਸ ਜਿਹੜੀ ਹੈ ਉਹ ਗਾਇਨਾਕੋਲੋਜਿਸਟ ਵੱਲੋਂ ਸੁਜੈਸਟ ਕੀਤੀਆਂ ਜਾਂਦੀਆਂ ਨੇ। ਤੇ ਪੇਨ ਮੈਨੇਜਮੈਂਟ ਦੀ ਜੇ ਮੈਂ ਗੱਲ ਕਰਾਂ, ਹੈ ਨਾ, ਕਈ ਵਾਰ ਪੇਨ ਵੀ ਪ੍ਰੈਗਨੈਂਸੀ ਦੇ ਵਿੱਚ ਹੁੰਦੀ ਹੈ, ਤੇ ਉਹਦੇ ਲਈ ਕੀ ਸੁਜੈਸਟ ਤੁਸੀਂ ਕਰੋਗੇ, ਕਿੱਦਾਂ ਪੇਨ ਮੈਨੇਜਮੈਂਟ ਜਿਹੜੀ ਇੱਕ ਔਰਤ ਕਰੇ? ਪੇਨ ਐਕਚੁਅਲੀ ਬੜੇ ਤਰ੍ਹਾਂ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਜੇ ਤੁਹਾਨੂੰ ਪੇਨ ਹੋਏ, ਤੁਹਾਨੂੰ ਪਹਿਲਾਂ ਆਪਣੇ ਡਾਕਟਰ ਨੂੰ ਹੀ ਪੁੱਛਣਾ ਚਾਹੀਦਾ ਹੈ ਕਿ ਮੈਨੂੰ ਕਿਹੜੀ ਸਾਈਡ ਤੇ ਪੇਨ ਹੋ ਰਹੀ ਹੈ। ਪੇਨ ਦੇ ਨਾਲ ਨਾਲ ਉਹਨਾਂ ਨੂੰ ਕੋਈ ਪਾਣੀ ਤੇ ਨਹੀਂ ਪੈ ਰਿਹਾ, ਉਹਨਾਂ ਨੂੰ ਕੋਈ ਬਲੀਡਿੰਗ ਤੇ ਨਹੀਂ ਹੋ ਰਹੀ, ਬੱਚੇ ਦੀ ਮੂਵਮੈਂਟ ਘੱਟ ਤੇ ਨਹੀਂ ਹੈ, ਜਾਂ ਕੋਈ ਇਸ ਤਰ੍ਹਾਂ ਦੀ ਪਹਿਲਾਂ ਪ੍ਰੋਬਲਮ ਤੇ ਨਹੀਂ ਸੀ ਜਿਹਦੇ ਨਾਲ ਕਿ ਉਹਨਾਂ ਨੂੰ ਲੱਗੇ ਕਿ ਹੁਣ ਪੇਨ ਹੋ ਰਹੀ ਹੈ ਤੇ ਟਾਈਮ ਤੋਂ ਪਹਿਲਾਂ ਡਿਲੀਵਰੀ ਹੋਣ ਵਾਲੀ ਹੈ, ਜਾਂ ਫਿਰ ਇਹ ਨਾ ਹੋਏ ਕਿ ਉਹਨਾਂ ਨੂੰ ਕੋਈ ਮਤਲਬ ਕੋਈ ਟਰਾਮਾ ਹੋਇਆ ਹੋਏ, ਕੋਈ ਝਟਕਾ ਲੱਗਾ ਹੋਏ। ਇਹ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਜੇ ਡਾਕਟਰ ਨੂੰ ਲੱਗੇਗਾ ਕਿ ਇਹ ਸਾਰੀਆਂ ਪ੍ਰੋਬਲਮਸ ਨਹੀਂ ਹੈ, ਫਿਰ ਇਹਦਾ ਮਤਲਬ ਜਦੋਂ ਬੱਚਾ ਆਪਣੀ ਗਰੋਥ ਲੈਂਦਾ ਤੇ ਸਕਿਨ ਸਟ੍ਰੈਚ ਹੁੰਦੀ ਹੈ, ਮਸਲ ਸਟ੍ਰੈਸ ਹੁੰਦੀਆਂ ਨੇ, ਕਈ ਵਾਰੀ ਵੀਕਨੈਸ ਕਰਕੇ ਪੇਨ ਹੁੰਦੀ ਹੈ, ਉਹਦੇ ਲਈ ਥੋੜੀ ਬਹੁਤੀ ਕਦੀ ਡਾਕਟਰਸ ਮੈਡੀਸਿਨ ਦੇ ਦਿੰਦੇ ਨੇ, ਬਟ ਮੋਸਟਲੀ ਕਈ ਵਾਰੀ ਜੇ ਪੇਸ਼ੈਂਟ ਰੈਸਟ ਕਰਨ ਤੇ ਉਹ ਰੈਸਟ ਕਰਨ ਨਾਲ ਹੀ ਠੀਕ ਹੋ ਜਾਂਦੀ ਹੈ। ਮਤਲਬ ਰੈਸਟ ਕਰਨ ਦੇ ਨਾਲ ਹੀ ਬਿਲਕੁਲ ਠੀਕ ਹੋ ਸਕਦੇ ਨੇ। ਤੇ ਜੇ ਗੱਲ ਕਰੀਏ ਸੈਰ ਦੀ, ਹੈ ਨਾ, ਤੇ ਕਹਿੰਦੇ ਉੱਦਾਂ ਵੀ ਜੇ ਕਹਿੰਦੇ ਕਿ ਹੈਲਦੀ ਰਹਿਣਾ ਹੈ, ਤੰਦਰੁਸਤ ਰਹਿਣਾ, ਮਨ ਖੁਸ਼ ਰੱਖਣਾ ਹੈ, ਤੇ ਸਵੇਰ ਤੇ ਸ਼ਾਮ ਦੀ ਸੈਰ ਬਹੁਤ ਜ਼ਰੂਰੀ ਹੈ। ਤੇ ਪ੍ਰੈਗਨੈਂਸੀ ਦੇ ਵਿੱਚ ਇਹਦੀ ਕੀ ਇੰਪੋਰਟੈਂਸ ਹੈ? ਪ੍ਰੈਗਨੈਂਸੀ 'ਚ ਵਾਕਿੰਗ ਬਹੁਤ ਅੱਛੀ ਹੈ, ਜੇ ਤੁਹਾਡੇ ਗਾਇਨਿਕ ਤੁਹਾਡੇ ਡਾਕਟਰ ਤੁਹਾਨੂੰ ਅਲਾਉ ਕਰਦੇ ਨੇ। ਤੇ ਜਿਹੜੀ ਵਾਕਿੰਗ ਹੈ ਉਹ ਹਰ ਤਰੀਕੇ ਦੇ ਨਾਲ ਬਲੱਡ ਸਰਕੂਲੇਸ਼ਨ ਇੰਪਰੂਵ ਕਰੇਗੀ, ਆਕਸੀਜਨ ਲੈਵਲਸ ਬੱਚੇ ਨੂੰ ਜ਼ਿਆਦਾ ਜਾਣਗੇ, ਤੇ ਉਸ ਤਰ੍ਹਾਂ ਵੀ ਬਾਡੀ ਜਿਹੜੀ ਹੈ ਉਹ ਹੈਲਦੀ ਰਹੇਗੀ, weight ਜ਼ਿਆਦਾ ਨਹੀਂ ਵਧੇਗਾ ਮਦਰ ਦਾ, ਤੇ ਨਾਲ ਬੱਚਾ ਵੀ ਹੌਲੀ ਹੌਲੀ ਵਿਦ ਗ੍ਰੈਵਿਟੀ ਥੱਲੇ ਚਲਾ ਜਾਏਗਾ ਤੇ ਨਾਰਮਲ ਡਿਲੀਵਰੀ ਦੇ ਚਾਂਸਸ ਹੁੰਦੇ ਨੇ ਜਿਹੜੇ ਉਹ ਵੱਧ ਜਾਂਦੇ ਨਾਰਮਲ। ਤੇ ਕਈ ਵਾਰ ਚਾਂਸਸ ਪੂਰੇ ਹੁੰਦੇ ਆ ਕਿ ਡਿਲੀਵਰੀ ਨਾਰਮਲ ਹੋਣੀ ਹੈ, ਪਰ ਐਨ ਟਾਈਮ ਤੇ ਅਸੀਂ ਦੇਖਿਆ ਕਿ ਫਿਰ ਸੀ ਸੈਕਸ਼ਨ ਹੈ, ਸਿਜ਼ੇਰੀਅਨ ਕਰਨਾ ਪੈ ਜਾਂਦਾ। ਉਹ ਕੀ ਹਾਲਾਤ ਬਣ ਜਾਂਦੇ ਨੇ ਕਿ ਇਹ ਤੁਹਾਨੂੰ ਫੈਸਲਾ ਲੈਣਾ ਪੈਂਦਾ? ਇਸ ਤਰ੍ਹਾਂ ਹੁੰਦਾ ਹੈ ਕਿ ਡਿਊਰਿੰਗ ਪ੍ਰੈਗਨੈਂਸੀ ਭਾਵੇਂ ਸਾਡਾ ਸਾਰਾ ਕੁਝ ਨਾਰਮਲ ਹੈ, ਪਰ ਜਦੋਂ ਇੱਕ ਲੇਡੀ ਨੂੰ ਲੇਬਰ ਪੇਨ ਆਉਂਦੀ ਹੈ ਜਾਂ ਉਹਦਾ ਡਿਲੀਵਰੀ ਦਾ ਟਾਈਮ ਆਉਂਦਾ ਹੈ, ਉਸ ਟਾਈਮ ਤੇ ਬਹੁਤ ਸਾਰੇ ਰੀਜ਼ਨ ਹੁੰਦੇ ਨੇ ਜਿਹਦੇ ਕਰਕੇ ਸਿਜ਼ੇਰੀਅਨ ਕਰਨਾ ਪੈਂਦਾ ਹੈ। ਸਿਜ਼ੇਰੀਅਨ ਬੇਸਿਕਲੀ ਸੇਫਟੀ ਵਾਸਤੇ ਬਣਿਆ। ਇਹ ਨਹੀਂ ਹੈ ਕਿ ਸਿਜ਼ੇਰੀਅਨ ਕੋਈ ਵੀ ਹੋਏ ਉਹਦਾ ਨਾਰਮਲ ਕੰਡੀਸ਼ਨ 'ਚ ਹੀ ਸਿਜ਼ੇਰੀਅਨ ਕਰ ਦਿਓ। ਇਸ ਤਰ੍ਹਾਂ ਦਾ ਬਸ ਇੱਕ ਹੀ ਹੈ ਕਿ ਉਹਦੇ 'ਚ ਬੱਚਾ ਪੁੱਠਾ ਹੈ। ਅੱਜ ਕੱਲ੍ਹ ਇਹ ਹੈ ਕਿ ਜੇ ਬੱਚਾ ਪੁੱਠਾ ਹੈ, ਬੱਚੇ ਦਾ ਸਿਰ ਥੱਲੇ ਨਹੀਂ ਹੈ, ਬੱਚੇ ਦੀਆਂ ਬੱਟਕਸ ਜਾਂ ਹਿਪਸ ਥੱਲੇ ਹੈ, ਬੱਚੇ ਦਾ ਸਿਰ ਉੱਪਰ ਹੈ, ਉਸ ਕੰਡੀਸ਼ਨ 'ਚ ਤੁਸੀਂ ਡਾਇਰੈਕਟਲੀ ਪੇਸ਼ੈਂਟ ਨੂੰ ਸਿਜ਼ੇਰੀਅਨ ਲਈ ਲੈਂਦੇ ਹੋ। ਅਦਰਵਾਈਜ਼ ਜੇ ਡਿਊਰਿੰਗ ਦ ਪ੍ਰੋਸੈਸ ਆਫ ਡਿਲੀਵਰੀ ਜਾਂ ਲੇਬਰ ਪੇਨ ਦੇ ਟਾਈਮ ਤੇ ਉਹਨਾਂ ਨੂੰ ਬੱਚੇ ਦੀ ਕੋਈ ਧੜਕਣ ਘੱਟ ਲੱਗ ਰਹੀ ਹੈ, ਜਾਂ ਬੱਚੇ ਦੇ ਗਲੇ 'ਚ ਜ਼ਿਆਦਾ ਨਾੜੂ ਹੈ, ਜਾਂ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ, ਜਾਂ ਔਲ ਥੱਲੇ ਹੈ, ਜਾਂ ਡਾਕਟਰ ਨੂੰ ਲੱਗ ਰਿਹਾ ਕਿ ਹੱਡੀ ਛੋਟੀ ਹੈ, ਡਿਲੀਵਰੀ ਨਾਰਮਲ ਸੇਫਲੀ ਨਹੀਂ ਹੋ ਸਕਦੀ, ਜਾਂ ਬੱਚਾ ਓਵਰਵੇਟ ਹੈ, ਜਾਂ ਪੇਸ਼ੈਂਟ ਦਾ BP ਵੱਧ ਰਿਹਾ ਹੈ, ਬਹੁਤ ਸਾਰੀਆਂ ਪ੍ਰੋਬਲਮਸ ਹੈ ਜਿਹਦੇ ਕਰਕੇ ਮਦਰ ਤੇ ਬੱਚੇ ਨੂੰ, ਜੱਚਾ ਤੇ ਬੱਚਾ ਦੋਨਾਂ ਨੂੰ ਸੇਫ ਰੱਖਣ ਲਈ ਸਿਜ਼ੇਰੀਅਨ ਕੀਤਾ ਜਾਂਦਾ ਤੇ ਉਸ ਵੇਲੇ ਤੇ ਇਹ ਜਿਹੜੀਆਂ ਕੰਡੀਸ਼ਨਸ ਹੈ ਇਹ ਪਹਿਲਾਂ ਨਹੀਂ ਪਤਾ ਲੱਗਦੀਆਂ। ਇਹ ਕਈ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਉਹ ਜਿਹੜੇ 3-4 ਘੰਟੇ ਨੇ ਲੇਬਰ ਦੇ ਉਹਦੇ ਵਿੱਚ ਹੀ ਨਿਕਲ ਕੇ ਬਾਹਰ ਆਉਂਦੀਆਂ ਨੇ, ਤੇ ਇਹਨਾਂ ਕੰਡੀਸ਼ਨਸ ਨੂੰ ਫਿਰ ਅਸੀਂ ਐਮਰਜੈਂਸੀ ਕਹੀਦਾ। ਫਿਰ ਇਹਨਾਂ ਕੰਡੀਸ਼ਨ 'ਚ ਐਮਰਜੈਂਸੀ ਸਿਜ਼ੇਰੀਅਨ ਹੁੰਦਾ।
ਐਮਰਜੈਂਸੀ ਸਿਜ਼ੇਰੀਅਨ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਹਾਂਜੀ। ਤੇ ਬਹੁਤ ਜ਼ਰੂਰੀ ਹੈ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਹੈ ਉਹ ਧਿਆਨ ਦੇ ਵਿੱਚ ਰੱਖੀਆਂ ਜਾਣ ਤਾਂ ਕਿ ਜੱਚਾ ਤੇ ਬੱਚਾ ਦੋਨੋਂ ਹੀ ਤੰਦਰੁਸਤ ਰਹਿਣ। ਡਾਕਟਰ ਸੁਕ੍ਰਿਤੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਸੀਂ ਬਹੁਤ ਵਧੀਆ ਗੱਲਾਂ ਪ੍ਰੈਗਨੈਂਸੀ ਬਾਰੇ, ਆਫਟਰ ਡਿਲੀਵਰੀ ਬਾਰੇ ਤੇ ਕਿਹੜੇ ਟੈਸਟ ਜਿਹੜੇ ਹੈ ਔਰਤਾਂ ਨੂੰ ਕਰਾਉਣੇ ਚਾਹੀਦੇ ਨੇ, ਬਹੁਤ ਸਾਰੀਆਂ ਗੱਲਾਂ ਤੁਸੀਂ ਦੱਸੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो। For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।